हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 7ਵੇਂ ਚੈਪਟਰ ਦਾ ਇਟਰਨਲ ਵਾਈ, ਜਿਸ ਨੂੰ ਕਿ ਮੁਲਕ ਰਾਜ ਆਨੰਦ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਤਾਂ ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਮੈਂ ਆਲਰੇਡੀ ਪਹਿਲੇ ਵੀਡੀਓ ਦੇ ਵਿੱਚ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਸਟਾਰਟ ਕਰਵਾ ਚੁੱਕੇ ਹਾਂ, ਜਿਸ ਦੇ ਵਿੱਚ ਤੁਸੀਂ ਜਿਵੇਂ ਕਿ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਇੰਟਰੋਡਕਟਰੀ ਪੈਰਾਗ੍ਰਾਫ ਮੈਂ ਡਿਸਕਸ ਕੀਤਾ ਹੈ ਅਤੇ ਇਹ ਚੈਪਟਰ ਜਿਵੇਂ ਕਿ ਪੈਰਾਗ੍ਰਾਫ ਦੇ ਵਿੱਚ ਹੈ ਤਾਂ ਮੈਂ ਪਹਿਲੇ ਵੀਡੀਓ ਦੇ ਵਿੱਚ ਪੇਜ ਨੰਬਰ 34 ਦੇ ਉੱਪਰ 5 ਪੈਰਾਗ੍ਰਾਫਸ ਨੇ ਉਹ ਵੀ ਡਿਸਕਸ ਕੀਤੇ ਹਨ ਅਤੇ ਇਸੇ ਤਰ੍ਹਾਂ ਪੇਜ ਨੰਬਰ 35 ਦੇ ਉੱਪਰ 8 ਤੱਕ ਦੇ ਪੈਰਾਗ੍ਰਾਫ ਵੀ ਡਿਸਕਸ ਕੀਤੇ ਨੇ ਅਤੇ ਇਸੇ ਤਰ੍ਹਾਂ ਪੇਜ ਨੰਬਰ 36 ਦੇ ਉੱਪਰ 8th ਪੈਰਾਗ੍ਰਾਫ ਦਾ ਬਾਕੀ ਹਿੱਸਾ ਅਤੇ 9ਵਾਂ ਪੈਰਾਗ੍ਰਾਫ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੈ। ਉਮੀਦ ਹੈ ਬੱਚਿਓ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਤਾਂ ਕਿ ਤੁਸੀਂ ਅੱਜ ਵਾਲੇ ਵੀਡੀਓ ਨੂੰ ਚੰਗੀ ਤਰ੍ਹਾਂ ਸਮਝ ਪਾਓ। 10th, what is that mother, he asked, bewildered. Bewildered वही उलझदा होया, confused ਹੁੰਦਾ ਹੋਇਆ ਪੁੱਛਦਾ ਆਪਣੀ ਮਾਤਾ ਨੂੰ ਕਿ ਉਹ ਕੀ ਚੀਜ਼ ਹੈ। ਮਦਰ ਉਹ ਕੀ ਚੀਜ਼ ਹੈ, ਉਹ ਹੈਡ ਦੇ ਵੱਲ ਇਸ਼ਾਰਾ ਕਰ। They are the holy man bathing in the river, child, his mother answered, they are swimming. ਤਾਂ ਉਹ ਕਹਿੰਦਾ ਕਿ ਇਹ ਪਵਿੱਤਰ ਧਾਰਮਿਕ ਬੰਦੇ ਨੇ ਜੀ ਜਿਹੜੇ ਰਿਵਰ ਦੇ ਵਿੱਚ ਨਹਾ ਰਹੇ ਨੇ, ਇਸ਼ਨਾਨ ਕਰ ਰਹੇ ਨੇ। ਤਾਂ ਉਹਦੀ ਮਦਰ ਉਹਨੂੰ ਆਨਸਰ ਦਿੰਦੀ ਹੈ ਉਹ ਤੈਰ ਰਹੇ ਨੇ, they are swimming, they are swimming, ਉਹ ਤੈਰ ਰਹੇ ਨੇ। I want to swim too, ਮੈਂ ਵੀ ਤੈਰੂ, ਜਿਵੇਂ ਜਵਾਕ ਕਹਿੰਦੇ ਨੇ ਮੈਂ ਵੀ ਤੈਰਨਾ ਹੈ। he said, ਉਸਨੇ ਕਿਹਾ, and almost made towards the water, ਅਤੇ ਬਸ ਉਹ ਵਾਟਰ ਵੱਲ ਜਾਣ ਹੀ ਲੱਗਦਾ ਕਹਿ ਕੇ ਮੈਂ ਵੀ ਤੈਰੂ। no no said his mother, ਮਦਰ ਕਹਿੰਦੀ ਹੈ running after him, ਉਹਦੇ ਪਿੱਛੇ ਭੱਜਦੀ ਹੋਈ, bringing him near her, ਆਪਣੇ ਕੋਲੇ ਲਿਆਂਦੀ ਹੈ। she began to console him, ਉਸ ਨੂੰ ਥੋੜਾ ਜਿਹਾ ਸਮਝਾਉਂਦੀ ਹੈ। you are too small to swim yet, ਕਹਿੰਦੇ ਤੂੰ ਅਜੇ ਬਹੁਤ ਛੋਟਾ ਹੈ ਤੈਰਨ ਦੇ ਲਈ। too ਇਹ ਆਪਾਂ ਨੂੰ ਇੱਕ ਗ੍ਰਾਮਰ ਵਰਕ ਵੀ ਆਉਂਦਾ ਹੈ ਜਾਂ TOO ਪਹਿਲਾਂ ਵੀ ਆਇਆ ਸ਼ਾਇਦ, ਤੈਨੂੰ ਆਪਾਂ ਨੇ so that ਚ ਬਦਲਣਾ ਹੁੰਦਾ ਹੈ ਤਾਂ ਉਹ ਲਾਈਨ ਲਿਖੀ ਹੋਈ ਹੈ। ਇੱਥੇ ਆਪਾਂ ਜੇ ਇਹਨੂੰ ਬਦਲਣਾ ਚਾਹੀਏ ਤਾਂ ਕੀ ਬਣੂਗਾ, you are so small that you cannot swim, ਇਹ ਬਣੂਗਾ ਨਾ। one day when you are strong you will swim to my child, ਕਹਿੰਦੇ ਜਦ ਤੂੰ ਸਟਰੋਂਗ ਹੋ ਜਾਏਗਾ, ਵੱਡਾ ਹੋ ਜਾਏਗਾ, ਤੂੰ ਵੀ ਤੈਰ ਲਈ। not till then, ਜਦ ਤੱਕ ਨਹੀਂ, because the river is very cruel and even very strong men are drowned in it, ਇਹ ਨਦੀ ਬੜੀ ਜ਼ਾਲਮ ਹੈ ਅਤੇ ਕਈ ਵਾਰੀ ਸਟਰੋਂਗ ਮੈਨ, ਤਾਕਤਵਰ ਬੰਦੇ ਵੀ ਇਹਦੇ ਚ ਡੁੱਬ ਜਾਂਦੇ। 11th paragraph, his gaze retreating from the banks began to probe each corner of the bare wooden structure of the boat. ਦੇਖੋ ਹੁਣ ਜਦੋਂ ਮਾਂ ਨੇ ਸਮਝਾਤਾ ਸਮਝ ਗਿਆ, ਬਹਿ ਗਿਆ, ਹੁਣ ਉਹਦਾ ਜਿਹੜਾ ਧਿਆਨ ਹੈ ਬੈਂਕਸ ਤੋਂ ਹਟ ਜਾਂਦਾ ਹੈ। ਰੀਟਰੀਟ ਦਾ ਮਤਲਬ ਪਿੱਛੇ ਹਟ ਜਾਂਦਾ ਹੈ from the banks, ਤੇ ਹੁਣ ਉਹ ਕੀ ਕਰਨ ਲੱਗਦਾ ਹੈ, ਜਿਹੜੀ ਬੋਟ ਦੀ ਵੁਡਨ ਸਟਰਕਚਰ ਹੈ ਬੋਟ ਨੂੰ ਦੇਖਣ ਲੱਗ ਜਾਂਦਾ। ਹੁਣ ਉਹਦਾ ਧਿਆਨ ਬੋਟ ਵੱਲ ਹੋ ਗਿਆ ਬੱਚੇ ਦਾ। ਵੁਡਨ ਸਟਰਕਚਰ ਲੱਕੜ ਦੀ ਬਣੀ ਹੋਈ ਹੈ ਉਹਦੇ ਵੱਲ ਦੇਖਣ ਲੱਗ ਗਿਆ ਤੇ ਇੱਕ ਇੱਕ ਕਾਰਨਰ ਨੂੰ ਉਹ ਪ੍ਰੋਬ ਕਰਦਾ ਹੈ। ਪ੍ਰੋਬ ਦਾ ਮਤਲਬ ਹੁੰਦਾ ਧਿਆਨ ਨਾਲ ਦੇਖਦਾ, ਐਕਸਪਲੋਰ ਕਰਦਾ ਹੈ ਜੀ ਉਹ। he flew and sat on a plank a yard ahead of the boat, ਤਾਂ ਉਹ ਥੋੜਾ ਉੱਠਦਾ ਹੈ, ਜਾਂਦਾ ਹੈ ਅਤੇ ਇੱਕ ਗਜ਼ ਅੱਗੇ ਉਹਦੇ ਕੋਲੇ ਇੱਕ ਫੱਟਾ ਹੋਰ ਪਿਆ ਹੁੰਦਾ ਹੈ ਬੋਟ ਤੋਂ ਪਰਾਂ, ahead of the boat, ਬੋਟ ਦੇ ਅੱਗੇ ਪਿਆ ਹੁੰਦਾ, ਉੱਥੇ ਬੈਠਣ ਦੀ ਕੋਸ਼ਿਸ਼ ਕਰ। tempted to run farther, he almost knocked his head against a high wooden wall that descended from the bridge, ਕਿਉਂਕਿ ਭੱਜਣ ਦੀ ਕੋਸ਼ਿਸ਼ ਕਰਦਾ ਹੈ। tempted to run, ਆਲਮੋਸਟ ਉਹਦਾ ਸਿਰ ਲੱਗਣੀ ਵਾਲਾ ਹੁੰਦਾ ਹੈ ਹਾਈ ਵੁਡਨ ਵਾਲ, ਇੱਕ ਉੱਪਰ ਨਾ ਲੱਕੜ ਦਾ ਇੱਕ ਤਖਤਾ ਜਿਹਾ ਲੱਗਿਆ ਹੁੰਦਾ ਉਹਦੇ ਉੱਪਰ, ਜਿਹੜਾ ਬ੍ਰਿਜ ਦੇ ਥੱਲੇ ਹੁੰਦਾ ਹੈ, ਕਿਉਂਕਿ ਬ੍ਰਿਜ ਦੇ ਨੀਚੇ ਹੀ ਹੈ ਨਾ ਉਹ ਬੋਟ 'ਚ ਬੈਠਾ ਹੈ। ਤਾਂ ਜਦੋਂ ਉੱਠ ਕੇ ਭੱਜਣ ਲੱਗਦਾ ਤਾਂ ਉਸਦੇ ਵੁਡਨ ਵਾਲ ਉਸਦੇ ਸਿਰ ਤੇ ਵੱਜਣ ਦੀ ਹਜੇ ਲੱਗਣ ਵਾਲਾ ਹੀ ਹੁੰਦਾ ਹੈ। ਹਿਸ ਮਦਰ ਰੇਜ਼ਡ ਆਫਟਰ ਹਿਮ ਐਂਡ ਬ੍ਰੌਟ ਹਿਮ ਬੈਕ, ਉਸਦੀ ਮਾਂ ਉਹਦੇ ਪਿੱਛੇ ਭੱਜਦੀ ਹੈ ਤੇ ਉਸ ਨੂੰ ਵਾਪਸ ਲੈਂਦੀ ਹੈ, ਮਤਲਬ ਕਿ ਉਹ ਲੱਗਣ ਨਹੀਂ ਦਿੰਦੀ। ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ 12ਵੀਂ ਕਲਾਸ ਇੰਗਲਿਸ਼ ਇਲੈਕਟਿਵ ਦੇ ਅਪ੍ਰੈਲ ਐਂਡ ਮਈ ਦਾ ਸਾਰਾ ਸਿਲੇਬਸ ਕਵਰ ਕਰ ਚੁੱਕੇ ਹਾਂ। ਇਸ ਦੇ ਵਿੱਚ ਤੁਹਾਡੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਸਾਰੇ ਚੈਪਟਰ, ਜਿਨ੍ਹਾਂ ਵਿੱਚ ਕਿ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਆ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਯੰਗ ਟਰਕਿਸ਼ ਕੈਟਾਸਟ੍ਰਫੀ, फोर्थ चैप्टर आ टाइनी सेंचुरी शामिल ने। इन्हां चारे लैसनस की मैं कॉम्प्रीहेंसिव एक्सप्लेनेशन और क्वेश्चन आंसर्स के वीडियो तुहाडे नाल मैं शेयर कर चुकिया हाँ। इस तरह तुहाडी सैकेंड बुक द लिटरेरी पेटल्स के चैप्टर्स
ਜਿਵੇਂ ਕਿ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ 4th ਚੈਪਟਰ ਦਾ ਗੈਂਬਲਿੰਗ ਮੈਚ ਸ਼ਾਮਿਲ ਨੇ। ਇਹਨਾਂ ਦੋਨੇ ਚੈਪਟਰਸ ਦੇ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਦੇ ਵੀਡੀਓਜ਼ ਅਤੇ ਕੁਐਸਚਨ ਆਨਸਰਸ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਇਸੇ ਬੁੱਕ ਦੀਆਂ ਕੁਝ ਪੋਇਮਸ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਪਹਿਲੀ ਪੋਇਮ ਹੈ ਬਾਰਡਰ ਗਾਰਡਸ, ਦੂਸਰੀ ਪੋਇਮ ਹੈ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ ਅਤੇ ਤੀਸਰੀ ਪੋਇਮ ਹੈ ਦਾ ਕੁਆਲਿਟੀ ਆਫ ਮਰਸੀ। ਇਹ ਸਾਰੀਆਂ ਪੋਇਮਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਅਤੇ ਨਾਲ ਹੀ ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਬੱਚਿਓ +2 ਇੰਗਲਿਸ਼ ਇਲੈਕਟਿਵ ਦੇ ਜੁਲਾਈ ਅਤੇ ਅਗਸਤ ਸਿਲੇਬਸ ਨੂੰ ਵੀ ਅਸੀਂ ਸ਼ੁਰੂ ਕਰ ਚੁੱਕੇ ਹਾਂ ਅਤੇ ਮੈਂ ਤੁਹਾਡੇ ਡੀਅਰ ਟੂ ਆਲ ਦਾ ਮਿਊਜ਼ਿਕ ਦਾ 5ਵਾਂ ਚੈਪਟਰ ਮਨੋ ਮਾਜਰਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸ ਚੈਪਟਰ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਨਾਲ ਹੀ ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓ ਕਵਰ ਕਰ ਲਏ ਹਨ। ਤਾਂ ਬੱਚਿਓ ਜੇਕਰ ਤੁਹਾਡਾ ਇਹਨਾਂ ਸਾਰੇ ਚੈਪਟਰਸ ਦੇ ਵਿੱਚੋਂ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। 12th ਪੈਰਾ ਹੈ ਕਿ ਕਮ ਚਾਈਲਡ ਪਲੇ ਹੇਅਰ ਨੀਅਰ ਮੀ ਸ਼ੀ ਰਿਮੌਨਸਟ੍ਰੇਟਿਡ। ਤੁਹਾਨੂੰ ਪਤਾ ਨਾ 11ਵੇਂ ਪੈਰੇ 'ਚ ਕੀ ਹੋਇਆ ਸੀ ਕਿ ਬੱਚਾ ਭੱਜਣ ਲੱਗਿਆ ਸੀ ਤੇ ਉਹਦਾ ਸਿਰ ਲੱਗਣ ਲੱਗਿਆ ਸੀਗਾ ਫੱਟੇ ਦੇ ਨਾਲ ਤੇ ਉਸਦੀ ਬਿਲਕੁਲ ਐਂਡ ਟਾਈਮ ਤੇ ਮਾਤਾ ਨੇ ਉਸ ਨੂੰ ਪਿੱਛੇ ਖਿੱਚ ਲਿਆ ਸੀ। ਤਾਂ ਫਿਰ ਉਸ ਦੀ ਮਾਂ ਨੂੰ ਕਹਿੰਦੀ ਹੈ ਕਿ ਆਓ ਬੱਚੇ ਇੱਥੇ ਖੇਡੋ ਮੇਰੇ ਕੋਲ ਨੀਅਰ ਮੀ। ਰਿਮੌਨਸਟ੍ਰੇਟਿਡ ਦਾ ਮਤਲਬ ਹੁੰਦਾ ਹੈ ਜਦ ਆਪਾਂ ਵਿਰੋਧ ਕਰਦੇ ਹਾਂ ਕਿਸੇ ਚੀਜ਼ ਦਾ, ਵਿਰੋਧ ਕਰਦੇ ਹੋਏ ਉਹ ਕਹਿੰਦੀ ਹੈ ਵੀ ਤੂੰ ਉਧਰ ਨਾ ਜਾ ਮੇਰੇ ਕੋਲੇ ਆ ਜਾ। He was a bit cross with his mother for not letting him go and play as he liked. Cross ਦਾ ਮਤਲਬ ਹੁੰਦਾ ਹੈ ਗੁੱਸੇ ਹੋਣਾ, ਐਂਗਰੀ ਹੋਣਾ, ਉਹਨੂੰ ਆਪਾਂ cross ਕਹਿੰਦੇ ਆ। He was a bit cross. Cross ਦਾ ਮਤਲਬ ਵੈਸੇ ਪਲੱਸ ਸਾਈਨ ਵੀ ਹੁੰਦਾ ਹੈ ਲੇਕਿਨ ਇੱਥੇ a bit cross ਦਾ ਮਤਲਬ ਹੈ ਕਿ ਉਹ ਐਂਗਰੀ ਹੋਇਆ ਹੈ ਆਪਣੀ ਮਦਰ ਨਾਲ ਕਿਉਂਕਿ ਉਸ ਨੂੰ ਜਾਣ ਨਹੀਂ ਦੇ ਰਹੀ ਮਦਰ, ਖੇਡਣ ਨਹੀਂ ਦੇ ਰਹੀ ਜਿਵੇਂ ਉਹ ਚਾਹੁੰਦਾ ਹੈ। ਤੁਹਾਡਾ ਕ੍ਰੋਸ ਸ਼ਬਦ ਤੁਹਾਡੀ ਗਲੋਸਰੀ 'ਚ ਵੀ ਪਿਆ ਹੋਇਆ ਹੈ, ਉੱਥੇ ਵੀ ਇਹ ਲਿਖਿਆ ਹੋਇਆ ਹੈ ਰਾਦਰ ਐਂਗਰੀ। ਸੋ ਹੀ ਰੇਨ ਟੁਵਰਡਸ ਹਿਸ ਫਾਦਰ ਇਨਸਟੈਡ ਆਫ ਕਮਿੰਗ। ਹੁਣ ਬੱਚਾ ਤਾਂ ਬੱਚਾ ਹੈ, ਜਦੋਂ ਮਾਂ ਨੇ ਡਾਂਟਤਾ ਤਾਂ ਬੱਚਾ ਕਿੱਥੇ ਜਾਊ? ਬਾਪੂ ਕੋਲੇ। ਤਾਂ ਹੁਣ ਆਪਣੇ ਪਿਤਾ ਕੋਲ ਜਾਂਦਾ ਹੈ ਮਾਂ ਕੋਲ ਆਉਣ ਦੀ ਬਜਾਏ। ਇਨਸਟੈਡ ਆਫ ਕਮਿੰਗ, ਇਨਸਟੈਡ ਆਫ ਦਾ ਮਤਲਬ ਹੁੰਦਾ ਹੈ ਦੇ ਬਜਾਏ, ਇਕੱਠਾ ਹੀ ਆਉਂਦਾ ਹੈ। ਇਨਸਟੈਡ ਆਫ ਦਾ ਮਤਲਬ ਦੇ ਬਜਾਏ ਕਿ ਮਾਂ ਦੇ ਕੋਲੇ ਆਉਣ ਦੀ ਬਜਾਏ ਉਹ ਕਿੱਧਰ ਚਲਾ ਜਾਂਦਾ ਹੈ? ਬਾਪੂ ਕੋਲ। ਬੈਕ ਟੂ ਹਰ ਲੈਪ ਕਿ ਉਸਦੀ ਮਾਂ ਦੀ ਗੋਦ ਵੱਲ ਆਉਣ ਦੀ ਬਜਾਏ ਉਹ ਡੈਡੀ ਕੋਲ ਚਲਾ ਜਾਂਦਾ। ਦਿਸ ਪੇਰੈਂਟਸ ਬਿਨੋਵਲੈਂਟ ਸਮਾਈਲ ਕੰਸੋਲਡ ਹਿਮ। ਤਾਂ ਪੇਰੈਂਟ ਦੀ ਮਤਲਬ ਇੱਥੇ ਡੈਡੀ ਦੀ ਸਮਾਈਲ ਹੈ, ਡੈਡੀ ਦੀ ਗੱਲ ਹੋ ਰਹੀ ਹੈ ਕਿ ਡੈਡੀ ਦੀ ਜਿਹੜੀ ਕਾਈਂਡ ਸਮਾਈਲ ਹੈ। ਬਿਨੋਵਲੈਂਟ ਸ਼ਬਦ ਪਹਿਲਾਂ ਵੀ ਆਇਆ ਸੀ, ਇਹਦਾ ਮਤਲਬ ਹੁੰਦਾ ਹੈ ਦਿਆਲੂ। ਤਾਂ ਕਾਈਂਡ ਸਮਾਈਲ ਜਿਹੜੀ ਹੈ ਉਸ ਨੂੰ ਕੰਸੋਲ ਕਰਦੀ ਹੈ, ਮਤਲਬ ਉਸ ਨੂੰ ਢਾਂਡਸ ਜਾ ਦਿੰਦੀ ਹੈ। ਕੰਸੋਲ ਦਾ ਮਤਲਬ ਇਹ ਹੁੰਦਾ ਕਿ ਕਿਸੇ ਨੂੰ ਆਰਾਮ ਦੇਣਾ। ਐਂਡ ਫॉर ਅ ਲਿਟਲ ਵਾਈਲ ਹੀ ਵੇਟਡ ਟੂ ਫਾਈਂਡ ਸਮਥਿੰਗ ਵਿਚ ਵੁੱਡ ਰਿਵਾਈਵ ਹਿਸ ਸਪਿਰਿਟਸ। ਹੁਣ ਦੇਖੋ ਮੰਮੀ ਦੀ ਡਾਂਟ ਪਈ ਹੈ ਤਾਂ ਬੱਚਾ ਥੋੜੀ ਦੇਰ ਤੱਕ ਟਿੱਕੇ ਬੈਠੂਗਾ, ਆਪਣੇ ਬਾਪ ਕੋਲ ਜਾ ਕੇ ਬਹਿ ਜਾਂਦਾ ਹੈ, ਤਾਂ ਥੋੜਾ ਟਾਈਮ ਲੱਗਦਾ ਆਪਣੀਆਂ ਸਪਿਰਿਟਸ ਨੂੰ ਰਿਵਾਈਵ ਕਰਨ ਦੇ ਵਿੱਚ। ਉਹਨੂੰ ਸਪਿਰਿਟਸ ਦਾ ਮਤਲਬ ਭਾਵਨਾਵਾਂ, ਰਿਵਾਈਵ ਦਾ ਮਤਲਬ ਜਦ ਆਪਾਂ ਦੁਬਾਰਾ ਆਪਣੇ 'ਚ ਮਨੋਭਾਵ ਜਾਗਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਰਿਵਾਈਵ ਦਾ ਸਪਿਰਿਟਸ। ਹੁਣ ਮੰਨ ਲਓ ਮੈਂ ਤੁਹਾਨੂੰ ਡਾਂਟਦਾ ਤਾਂ ਤੁਹਾਨੂੰ ਆਪਣੀ ਪਹਿਲਾਂ ਵਾਲੀ ਹਾਲਤ ਵਿੱਚ ਆਉਣ ਤੇ ਥੋੜਾ ਟਾਈਮ ਤਾਂ ਲੱਗੂਗਾ ਹੀ, ਥੋੜੀ ਦੇਰ ਤੋਂ ਸੋਚੀ ਜਾਓਗੇ ਵੀ ਸਰ ਨੇ ਸਾਨੂੰ ਡਾਂਟਤਾ ਭਾਈ। ਤਾਂ ਆਪਣੀਆਂ ਸਪਿਰਿਟਸ ਰਿਵਾਈਵ ਕਰਨ ਦੇ ਲਈ, ਦੁਬਾਰਾ ਆਪਣੀ ਕੰਡੀਸ਼ਨ 'ਚ ਆਉਣ ਦੇ ਲਈ ਤੁਹਾਨੂੰ ਟਾਈਮ ਲੱਗਦਾ। ਤਾਂ ਇੱਥੇ ਉਹੀ ਗੱਲ ਆ ਰਹੀ ਹੈ। ਹੀ ਸੂਨ ਡਿਸਕਵਰਡ ਐਨ ਇੰਟਰਸਟਿੰਗ ਸੈਂਸੇਸ਼ਨ। ਉਹਨੂੰ ਇੱਕਦਮ ਫਿਰ ਜਲਦੀ ਇੱਕਦਮ ਬੱਚੇ ਨੂੰ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਹੈ। ਦੇਖੋ ਉਹ ਕਦੇ ਆਪਾਂ ਪਹਿਲਾਂ ਦੇਖਿਆ ਨਾ, ਕਦੇ ਉਹ ਸ਼ੈਡੋ ਵੱਲ, ਰਿਫਲੈਕਸ਼ਨ ਵੱਲ ਦੇਖ ਰਿਹਾ ਹੈ, ਕਦੇ ਉਹ ਵੁਡਨ ਬ੍ਰਿਜ ਵੱਲ ਦੇਖ ਰਿਹਾ ਹੈ, ਤਾਂ ਹੁਣ ਉਸ ਨੂੰ ਫਿਰ ਕੋਈ ਚੀਜ਼ ਮਿਲ ਗਈ, ਇੰਟਰਸਟਿੰਗ ਸੈਂਸੇਸ਼ਨ ਆ ਗਈ ਉਹਦੇ ਅੰਦਰ, ਫਿਰ ਭਾਵਨਾ ਜਾਗ ਗਈ ਕੋਈ। For as he stood near the high stem end of the boat, he could hear its noise tear the water sharply. ਹੁਣ ਤੁਹਾਨੂੰ ਪਤਾ ਨਾ ਉਹਦੇ ਡੈਡੀ ਕਿੱਥੇ ਬੈਠੇ ਹੈ? ਉਹਦੇ ਡੈਡੀ ਹਾਇਰ ਐਂਡ ਸਾਈਡ ਬੈਠੇ ਹੈ, ਬੋਟ ਦੇ ਦੋ ਐਂਡ ਹੈ। ਤਾਂ ਮੇਨ ਜਿਹੜੀ ਸਾਈਡ ਹੈ ਜਿੱਧਰੋਂ ਪਾਣੀ ਆ ਰਿਹਾ ਹੈ ਉਧਰ ਬੈਠੇ ਆ ਉਹਦੇ ਡੈਡੀ, ਹਾਈ ਐਂਡ ਤੇ ਬੈਠੇ ਆ ਉਹ। ਤਾਂ ਉਹਦੇ ਕੋਲ ਜਾ ਕੇ ਬਹਿ ਗਿਆ ਆਪਣੇ ਡੈਡੀ ਕੋਲ। ਹੁਣ ਕਿਉਂਕਿ ਪਾਣੀ ਇਸ ਤਰ੍ਹਾਂ ਆ ਰਿਹਾ ਹੈ ਤੇ ਬੋਟ ਇਸ ਤਰ੍ਹਾਂ ਚੱਲ ਰਹੀ ਹੈ, ਤਾਂ ਨੈਚੁਰਲੀ ਕੀ ਹੋ ਰਿਹਾ ਹੈ ਕਿ ਜਦੋਂ ਬੋਟ ਚੱਲ ਰਹੀ ਹੈ ਤਾਂ ਪਾਣੀ ਨੂੰ ਕੱਟਣ ਦੀ ਆਵਾਜ਼ ਆ ਰਹੀ ਹੈ ਬੋਟ ਚੋਂ। ਉਧਰਲੇ ਪਾਸੇ ਨਹੀਂ ਸੀ ਆ ਰਹੀ, ਬਿਕੋਜ਼ ਉਧਰਲੇ ਪਾਸੇ ਤਾਂ ਪਾਣੀ ਐਂ ਜਾ ਰਿਹਾ ਸੀ, ਐਂ ਜਾਈ ਜਾ ਰਿਹਾ ਪਾਣੀ, ਉਹ ਤਾਂ ਐਂ ਹੀ ਲੰਘ ਗਿਆ ਨਾ। ਲੇਕਿਨ ਬੋਟ ਕਿੱਥੋਂ ਕੱਟ ਰਹੀ ਹੈ ਪਾਣੀ? ਮੇਨ ਐਂਡ ਤੋਂ, ਜਿੱਥੇ ਉਹਦੇ ਡੈਡੀ ਬੈਠੇ ਆ। ਹੁਣ ਉਹਦੇ ਕੋਲੇ ਆ ਕੇ ਉਸ ਨੂੰ ਆਵਾਜ਼ ਸੁਣਨ ਲੱਗੀ ਪਾਣੀ ਕੱਟਣ ਦੀ, ਜਦੋਂ ਬੋਟ ਪਾਣੀ ਨੂੰ ਟੀਅਰ ਕਰਦੀ ਹੈ। ਹੀ ਮਾਊਂਟਡ ਟੂ ਹਿਸ ਫਾਦਰਸ ਲੈਪ ਬ੍ਰਿਸਕਲੀ।
ਤਾਂ ਜਦੋਂ ਉਹਨੂੰ ਆਵਾਜ਼ ਸੁਣਦੀ ਹੈ ਉਹ ਆਪਣੀ ਪਿਤਾ ਦੀ ਗੋਦ 'ਚ ਥੋੜਾ ਜਿਹਾ ਜਲਦੀ ਨਾਲ, ਬ੍ਰਿਸਕਲੀ ਦਾ ਮਤਲਬ ਤੇਜ਼ੀ ਨਾਲ ਚੜ ਜਾਂਦਾ ਹੈ ਵੀ ਦੇਖਣ ਲਈ, ਸੁਣਨ ਲਈ ਵੀ ਆਵਾਜ਼ ਕਿੱਥੋਂ ਆ ਰਹੀ ਹੈ। ਆਲਮੋਸਟ ਵਿਦਆਊਟ ਏਡ, ਕੋਈ ਮਦਦ ਨਹੀਂ ਲੈਂਦਾ। ਏਡ ਦਾ ਮਤਲਬ ਇੱਥੇ ਹੈਲਪ, ਆਪਣੇ ਡੈਡੀ ਦੇ ਲੈਪ ਤੇ ਚੜਨ ਲਈ ਉਸ ਨੂੰ ਕੋਈ ਮਦਦ ਦੀ ਜ਼ਰੂਰਤ ਨਹੀਂ ਪੈਂਦੀ, ਫਟਾਫਟ ਚੜ ਜਾਂਦਾ ਉਹ। ਐਂਡ ਲੁੱਕ ਟੁਵਰਡਸ ਦਾ ਡਾਇਰੈਕਸ਼ਨ ਵੇਅਰ ਦਾ ਸਵੈਲਿੰਗ ਰਿਵਰ ਕੇਮ, ਅਤੇ ਫਿਰ ਉਹ ਜਿੱਧਰੋਂ ਨਦੀ ਆ ਰਹੀ ਹੁੰਦੀ ਹੈ ਉਹ ਉਸ ਡਾਇਰੈਕਸ਼ਨ ਵੱਲ ਦੇਖਦਾ ਹੈ। ਲੁਕਸ ਟੁਵਰਡਸ ਦਾ ਡਾਇਰੈਕਸ਼ਨ, ਸਵੈਲਿੰਗ ਮਤਲਬ ਜਿੱਥੋਂ ਪਾਣੀ ਦਾ ਪੂਰਾ ਭਰਿਆ ਜਿਹੜੀ ਨਦੀ ਆ ਰਹੀ ਹੈ, ਪੂਰੇ ਜੋਬਨ ਤੇ ਜਿਹੜੀ ਨਦੀ ਆ ਰਹੀ ਹੈ ਉਧਰ ਵੱਲ ਦੇਖਦਾ ਹੈ। He could see his vast sheet of rippling power converge into an even smaller chasm of silver light till it lost itself in the dim walls of steep precipices। ਤਾਂ ਇੱਥੇ ਦੋ ਵਰਡਸ ਆਏ ਆ ਜਿਹੜੇ ਤੁਹਾਡੇ ਗਲੋਸਰੀ 'ਚ ਹੈਗੇ ਆ। ਇੱਕ ਤਾਂ ਹੈ chasm, ਤਾਂ chasm ਦਾ ਮਤਲਬ ਹੁੰਦਾ ਬੱਚਿਓ ਕਿ ਡੂੰਗੀ ਖੱਡ ਹੁੰਦੀ ਹੈ ਨਾ, ਜਿਹੜੀ ਡੂੰਗੀ ਖੱਡ ਹੋਵੇ ਜ਼ਮੀਨ ਤੇ ਬਣੀ ਹੋਈ, ਕਾਫੀ ਡੂੰਗੀ ਖੱਡ, ਉਹਨੂੰ ਆਪਾਂ chasm ਕਹਿੰਦੇ। ਪ੍ਰੈਸੀਪਿਸ ਕਹਿੰਦੇ ਆ ਬੇਟਾ ਕੋਈ ਚਟਾਨ ਹੋਵੇ ਜਿਹੜੀ ਕਿ ਕਾਫੀ ਜ਼ਿਆਦਾ ਢਲਾਨ ਵਾਲੀ ਚਟਾਨ, ਉਹਨੂੰ ਆਪਾਂ ਕਹਿੰਦੇ ਆ। ਤਾਂ ਪ੍ਰੈਸੀਪਿਸ ਦਾ ਮਤਲਬ ਢਲਾਨ ਵਾਲੀ ਚਟਾਨ ਹੋ ਗਈ ਤੇ chasm ਦਾ ਮਤਲਬ ਹੋ ਗਿਆ ਡੂੰਗੀ ਖੱਡ। ਤਾਂ ਉਹਨੂੰ ਇਹ ਦੋ ਚੀਜ਼ਾਂ ਦਿਖਦੀਆਂ ਜੀ, ਜਦੋਂ ਉਹ ਨਦੀ ਨੂੰ ਦੇਖਦਾ ਨਾ ਵੀ ਪਾਣੀ ਕਿੱਧਰੋਂ ਆ ਰਿਹਾ ਹੈ, ਤਾਂ ਉਸ ਨੂੰ ਇਸ ਤਰ੍ਹਾਂ ਦੀਆਂ ਦੋ ਚੀਜ਼ਾਂ ਦਿਖਦੀਆਂ ਤੇ ਉਸ ਨੂੰ ਇਹ ਪਾਣੀ ਉਹਦੇ ਵਿੱਚੋਂ ਗੁੰਮਦਾ ਜਾਂ ਨਜ਼ਰ ਆਉਂਦਾ ਹੈ। ਰਿਪਲ ਜੇ ਪਾਣੀ ਦੇ ਬੰਦੇ ਉਸ ਨੂੰ ਨਜ਼ਰ ਆਉਂਦੇ ਆ। ਵਾਸਟ ਸ਼ੀਟ ਆਫ ਰਿਪਲਿੰਗ ਪਾਵਰ, ਰਿਪਲ ਸਮਝਦੇ ਹੋ, ਜਿਹੜੇ ਗੋਲ ਚੱਕਰ ਜੇ ਬੰਦੇ ਹੁੰਦੇ ਨੇ, ਰਿਪਲਸ ਤਰੰਗਾਂ ਜੀਆਂ ਬੰਦੀਆਂ ਨੇ, ਉਹਨਾਂ ਨੂੰ ਰਿਪਲਸ ਕਹਿੰਦੇ ਆ। ਤਾਂ ਉਹ ਸਾਰੀਆਂ ਚੀਜ਼ਾਂ ਉਸ ਨੂੰ ਦਿਖਦੀਆਂ। ਤਾਂ ਇਹ ਹੈ ਜੀ ਤੁਹਾਡਾ 12ਵਾਂ ਪੈਰਾ। 13 ਪੈਰਾ, deep deep in him, deep in his little soul, he knew there was something beyond the river, some dark force, some mysterious source from which it came। ਹੁਣ ਉਹਦੇ ਅੰਦਰ ਛੋਟੀ ਜੀ ਲਿਟਲ ਸੋਲ ਹੈ, ਛੋਟਾ ਜਿਹਾ ਬੱਚਾ ਹੈ ਉਹ, ਤਾਂ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਹੈ, ਉਸਦੇ ਮਨ 'ਚ ਹੈ ਕਿ ਜਿਹੜਾ ਰਿਵਰ ਆ ਰਹੀ ਹੈ, ਉਹ ਦੇਖਣ ਦੀ ਕੋਸ਼ਿਸ਼ ਕਰ ਰਿਹਾ ਨਾ ਦੂਰ ਤੱਕ ਰਿਵਰ ਨੂੰ, ਪਾਣੀ ਕਿੱਥੋਂ ਆ ਰਿਹਾ ਹੈ। ਤਾਂ ਉਹਨੂੰ ਇਹ ਲੱਗਦਾ ਵੀ ਕੋਈ ਡਾਰਕ ਫੋਰਸ ਹੈ। ਡਾਰਕ ਫੋਰਸ ਮਤਲਬ ਕੋਈ ਭੇਦ ਭਰੀ ਫੋਰਸ ਹੈ। ਮਿਸਟੀਰੀਅਸ, ਮਿਸਟੀਰੀਅਸ ਦਾ ਮਤਲਬ ਉਹੀ ਭੇਦ ਭਰੀ, ਕੋਈ ਭੇਦ ਭਰੀ ਫੋਰਸ ਹੈ, ਜਾਦੂ ਵਾਲੀ ਫੋਰਸ ਹੈ ਜਿੱਥੋਂ ਇਹ ਪਾਣੀ ਆ ਰਿਹਾ ਹੈ। ਤਾਂ ਨੈਚੁਰਲੀ ਜਦੋਂ ਉਹਦੇ ਅੰਦਰ ਇਹੋ ਜਿਹੀਆਂ ਭਾਵਨਾਵਾਂ ਆਉਂਦੀਆਂ ਤਾਂ ਉਹ ਕੁਐਸਚਨ ਪੁੱਛਦਾ ਹੈ। ਤਾਂ 14 ਪੈਰਾ ਦੇ ਵਿੱਚ ਉਹ ਕੁਐਸਚਨ ਪੁੱਛਦਾ ਹੈ, ਵੇਅਰ ਵਾਜ਼ ਦਾ ਰਿਵਰ ਬੋਰਨ ਫਾਦਰ, ਪਿਤਾ ਜੀ ਇਹ ਰਿਵਰ ਕਿੱਥੇ ਪੈਦਾ ਹੋਈ ਹੈ। ਬੋਰਨ ਦਾ ਮਤਲਬ ਪੈਦਾ ਹੋਣਾ। ਹੀ ਆਸਕਡ ਦੇਅਰਫੋਰ ਆਲਮੋਸਟ ਐਜ਼ ਹੀ ਮਾਈਟ ਹੈਵ ਆਸਕਡ ਫॉर ਫੂਡ, ਜਿਵੇਂ ਕਿਸੇ ਬੱਚੇ ਨੂੰ ਫੂਡ ਚਾਹੀਦਾ ਹੁੰਦਾ ਹੈ, ਉਸ ਨੂੰ ਭੁੱਖ ਲੱਗੀ ਹੈ, ਤਾਂ ਐਵੇਂ ਉਹ ਕੁਐਸਚਨ ਆਪਣੇ ਫਾਦਰ ਨੂੰ ਪੁੱਛਦਾ, ਬਿਲਕੁਲ ਉਵੇਂ। ਨੋਇੰਗ ਦੇਅਰ ਵਾਜ਼ ਸੱਚ ਅ ਥਿੰਗ ਟੂ ਬੀ ਹੈਡ, ਤੇ ਉਹਨੂੰ ਲੱਗਦਾ ਹੈ ਕਿ ਕੋਈ ਐਸੀ ਚੀਜ਼ ਹੈ ਜਿੱਥੋਂ ਰਿਵਰ ਪੈਦਾ ਹੋਈ ਹੈ, ਉਸੇ ਚੀਜ਼ ਨੂੰ ਆਪਣੇ ਫਾਦਰ ਤੋਂ ਪੁੱਛ ਰਿਹਾ। It was born in the Himalayas, my child, from the cold white snow on the roof of the world line। ਮੇਰੇ ਬੱਚੇ ਇਹ ਹਿਮਾਲਿਆ ਤੋਂ ਪੈਦਾ ਹੋਈ ਹੈ ਨਦੀ। ਤੇ ਹਿਮਾਲਿਆ ਕੀ ਹੈ? ਉੱਥੇ ਕੋਲਡ, ਠੰਡ, ਵਾਈਟ ਸਨੋ ਹੈ, ਚਿੱਟੀ ਬਰਫ਼ ਹੈ, ਤੇ ਔਨ ਦਾ ਰੂਫ ਆਫ ਦਾ ਵਰਲਡ, ਸੰਸਾਰ ਦੀ ਛੱਤ ਤੇ, ਕਿਉਂਕਿ ਤੁਹਾਨੂੰ ਪਤਾ ਨਾ ਹਿਮਾਲਿਆ ਬਹੁਤ ਉੱਚਾ ਹੈ, ਤਾਂ ਇਸ ਕਰਕੇ ਉਸ ਨੂੰ ਰੂਫ ਆਫ ਦਾ ਵਰਲਡ ਵੀ ਕਿਹਾ ਗਿਆ। ਤਾਂ ਉੱਥੇ ਜਿਹੜੀ ਸਨੋ ਹੈ, ਵਾਈਟ ਕੋਲਡ ਸਨੋ, ਉੱਥੋਂ ਪੈਦਾ ਹੋਈ ਹੈ ਜੀ ਇਹ ਨਦੀ। ਉਹਦਾ ਫਾਦਰ ਆਂਸਰ ਦਿੰਦਾ ਹੈ। ਹੁਣ ਦੇਖੋ ਅਗਲਾ ਕੁਐਸਚਨ ਪੁੱਛਦਾ ਹੈ, ਵੇਅਰ ਡਿਡ ਦਾ ਸਨੋ ਕਮ ਫਰੋਮ ਦਾ ਹਿਮਾਲਿਆਜ਼ ਫਾਦਰ, ਪਿਤਾ ਜੀ ਹਿਮਾਲਿਆ ਚ ਸਨੋ ਕਿਵੇਂ ਆਈ। ਨੈਕਸਟ ਕੁਐਸਚਨ ਹੈ ਉਹਦਾ, ਬੱਚਾ ਹੈ, ਉਹਦੇ ਅੰਦਰ ਇਨਕੁਇਜ਼ਿਟਿਵਨੈਸ ਹੈ, ਆਪਾਂ ਪੜ੍ਹੀ ਹੈ ਪਹਿਲਾਂ। ਇਟ ਵਾਸ ਫਾਰਮਡ ਬਾय ਦਾ ਰੇਨ ਵਿਚ ਦਾ ਕਲਾਉਡਸ ਪੋਰ ਡਾਊਨ ਚਾਈਲਡ, ਆਂਸਰ ਮਿਲਦਾ ਉਸ ਨੂੰ, ਬੱਚੇ ਇਹ ਜਿਹੜੀ ਸਨੋ ਹੈ ਇਹ ਉਸ ਰੇਨ ਦੁਆਰਾ ਬਣੀ ਹੈ ਜਿਹੜੀਆਂ ਕਿ ਬੱਦਲ ਨੇ ਪੋਰ ਡਾਊਨ ਕੀਤੀ, ਮਤਲਬ ਨੀਚੇ ਗੇਰੀ ਵਰਖਾ, ਪੋਰ ਡਾਊਨ ਨੀਚੇ ਸੁੱਟੀ ਜਿਹੜੀ ਵਰਖਾ ਬੱਦਲ ਨੇ, ਉਹ ਤੋਂ ਸਨੋ ਬਣ ਗਈ। ਨੈਕਸਟ ਕੁਐਸਚਨ ਫੇਰ ਹੈ, ਵੇਅਰ ਡਿਡ ਦਾ ਕਲਾਉਡਸ ਕਮ ਫਰੋਮ ਦੈਨ, ਬੱਦਲ ਕਿੱਥੋਂ ਆ ਗਏ। ਬੱਚਾ ਉਹਦੀ ਤਾਂ ਹੁਣ ਜਿਗਿਆਸਾ ਪੂਰੀ ਨਹੀਂ ਹੋ ਰਹੀ। ਹੀ ਆਸਕਡ, ਉਹ ਪੁੱਛਦਾ ਹੈ, ਲਾਈਕ ਅ ਟਰੂ ਲਿਟਲ ਫਿਲੋਸਫਰ ਗ੍ਰੀਡੀ ਟੂ ਨੋ ਦ ਕਾਜ਼ ਆਫ ਆਲ ਥਿੰਗਸ। ਤਾਂ ਜਦੋਂ ਇਦਾਂ ਦੇ ਕੁਐਸਚਨ ਪੁੱਛਦਾ ਹੈ ਤਾਂ ਉਹ ਇੱਕ ਛੋਟਾ ਜਿਹਾ ਫਿਲੋਸਫਰ ਨਜ਼ਰ ਆਉਂਦਾ ਹੈ। ਫਿਲੋਸਫਰ ਦਾ ਮਤਲਬ ਹੁੰਦਾ ਹੈ ਦਾਰਸ਼ਨਿਕ, ਕੇ ਪਹਿਲਾਂ ਕਾਫੀ ਵਾਰੀ ਸ਼ਬਦ ਆਇਆ। ਦਾਰਸ਼ਨਿਕ ਕੀ ਹੁੰਦੇ ਨੇ ਜੀ, ਜਿਹੜੀ ਧਰਮ ਦੀ ਨੌਲੇਜ ਰੱਖਦੇ ਨੇ, ਮਨੁੱਖਤਾ ਦੀ ਨੌਲੇਜ ਰੱਖਦੇ ਨੇ, ਕਾਫੀ ਲਰਨਡ ਪਰਸਨ ਹੁੰਦੇ ਨੇ, ਉਹਨਾਂ ਨੂੰ ਆਪਾਂ ਫਿਲੋਸਫਰ ਕਹਿੰਦੇ ਆ। ਤਾਂ ਹੁਣ ਆਂਸਰ ਮਿਲਦਾ ਜਿਹਨੂੰ, ਦੇ ਕੇਮ ਫਰੋਮ ਦਾ ਸੀ, ਕਿ ਜਿਹੜੇ ਕਲਾਉਡਸ ਨੇ ਸਮੁੰਦਰ ਤੋਂ ਬਣੇ ਨੇ ਜੀ, ਉਹਦੇ ਪਾਣੀ ਤੋਂ ਬਣੇ ਨੇ ਮਾਈ ਚਾਈਲਡ, ਫਰੋਮ ਦਾ ਬਾਉਂਡਲੈਸ ਇਨਫਿਨਿਟ ਓਸ਼ਨ। ਤੇ ਇਹ ਬਾਉਂਡਲੈਸ, ਜਿਹਦੀ ਕੋਈ ਬਾਉਂਡਰੀ ਨਹੀਂ ਹੈ, ਕੋਈ ਸੀਮਾ ਨਹੀਂ ਹੈ, ਇਨਫਾਈਨਿਟ, ਇਹਦਾ ਮਤਲਬ ਹੁੰਦਾ ਹੈ ਕਿ
जिसकी कोई सीमा नहीं है, बाउंडलैस इनफाइनिट सेम चीज है। ओशन का मतलब ਹੁੰਦਾ बेटा महासागर, महासागर जिवें साडे वर्ल्ड ਦੇ ਵਿੱਚ 3 महासागर है, इंडियन ओशन, एटलांटिक ओशन, पैसिफिक ओशन। ਤਾਂ ਉਹਦੀ ਗੱਲ ਹੋ ਰਹੀ ਹੈ ਵੀ ਉੱਥੋਂ ਬੱਦਲ ਬਣੇ, ਬੱਦਲ ਤੋਂ ਵਰਖਾ ਹੋਈ, ਵਰਖਾ ਤੋਂ ਸਨੋ ਬਣੀ, ਤਾਂ ਆਨਸਰ ਤਾਂ ਮਿਲ ਰਹੇ ਆ ਉਸ ਨੂੰ। 15th paragraph, for a moment he was quiet and struggled to fit the mountains, the snow, the cloud, the sea into his dark prenatal feeling for order। ਤਾਂ ਹੁਣ ਦੇਖੋ ਉਸ ਨੂੰ ਆਪਣੇ ਕੁਐਸਚਨਾਂ ਦੇ ਆਨਸਰਸ ਤਾਂ ਮਿਲੇ ਨੇ, ਉਸ ਨੂੰ ਪਤਾ ਲੱਗਿਆ ਕਿ ਮਾਊਂਟੇਨ, ਸਨੋ, ਕਲਾਊਡ, ਸੀ, ਹੈ ਨਾ, ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਉਹ ਆਰਡਰ 'ਚ ਫਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਇਹਦੇ 'ਚ ਉਹ ਸਟਰਗਲਿੰਗ ਮਤਲਬ ਸੰਘਰਸ਼ ਕਰ ਰਿਹਾ ਹੈ। ਬੱਚੇ ਨੂੰ ਆਨਸਰ ਮਿਲ ਗਏ ਵੀ ਜੀ ਬੱਦਲ ਬਣੇ, ਬੱਦਲ ਸਮੁੰਦਰ ਤੋਂ ਬਣੇ, ਬੱਦਲ ਤੋਂ ਵਰਖਾ ਹੋਈ। ਹੁਣ ਉਹ ਸਾਰੀਆਂ ਚੀਜ਼ਾਂ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਐਵੇਂ 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 ਹੋਇਆ, ਹੈ ਨਾ। ਹੁਣ ਉਹਦੀ ਜਿਹੜੀ ਇੱਥੇ ਪ੍ਰੀਨੈਟਲ ਸ਼ਬਦ ਆਇਆ, ਦੇਖੋ ਪ੍ਰੀਨੈਟਲ, ਪ੍ਰੀਨੈਟਲ ਸ਼ਬਦ ਤੁਹਾਡੀ ਗਲੋਸਰੀ 'ਚ ਲਿਖਿਆ ਹੋਇਆ ਹੈ। ਇਹਦਾ ਮਤਲਬ ਹੁੰਦਾ ਹੈ ਜੀ ਜਨਮ ਤੋਂ ਪਹਿਲਾਂ ਦਾ ਸਮਾਂ। ਜਿਵੇਂ ਇੱਕ ਬੱਚਾ ਆਪਣੀ ਮਾਂ ਦੇ 9 ਮਹੀਨੇ ਕੁੱਖ 'ਚ ਰਹਿੰਦਾ, ਉਹਨੂੰ ਆਪਾਂ ਪ੍ਰੀਨੈਟਲ ਪੀਰੀਅਡ ਕਹਿੰਦੇ ਹਾਂ, ਉਹ ਵਾਲਾ ਸਮਾਂ। ਤਾਂ ਉਹ ਇਸ ਤਰੀਕੇ ਦੇ ਨਾਲ ਸੋਚ ਰਿਹਾ ਹੈ ਕਿਉਂਕਿ ਹਜੇ ਉਸਨੂੰ ਆਨਸਰ ਪੂਰੀ ਤਰ੍ਹਾਂ ਮਿਲਿਆ ਨਹੀਂ ਨਾ। ਜਦੋਂ ਆਨਸਰ ਮਿਲ ਜੂਗਾ ਉਸ ਤੋਂ ਪਹਿਲਾਂ ਵਾਲੇ ਸਮੇਂ ਨੂੰ ਸੋਚ ਕੇ ਕਹਿ ਰਿਹਾ ਹੈ ਕਿ ਐਵੇਂ ਐਵੇਂ ਹੋਇਆ ਹੋਣਾ। ਬਟ ਫੇਲਿੰਗ ਟੂ ਪਿਕਚਰ ਆਲ ਥੀਸ ਥਿੰਗਸ ਈਦਰ ਸੈਪਰੇਟਲੀ ਔਰ ਟੁਗੇਦਰ, he let his imagination try to assimilate knowledge by another course of reasoning। पर कोशिश तो करी उन्हें फिट करन दी सारी, पर फेल हो गया ये चीज़ां नूं आपस च जोड़न दे, क्योंकि बच्चा है। फिर उसने फिर अपनी इमेजिनेशन दे नाल फिर नॉलेज लैन दी कोशिश की, another course of reasoning, फिर उसने क्वेश्चन आंसर करने शुरू करते। 16th पैराग्राफ, एक इत्थे वर्ड आया assimilate। ਅਸਿਮੀਲੇਟ ਸ਼ਬਦ ਵੀ ਤੁਹਾਡੀ ਗਲੋਸਰੀ 'ਚ ਲਿਖਿਆ ਹੋਇਆ ਹੈ। ਇਹਦਾ ਮਤਲਬ ਹੁੰਦਾ ਹੈ ਜੀ ਬਿਕਮ ਐਬਜ਼ੌਰਬਡ ਇਨਟੂ ਦਾ ਬੋਡੀ। ਜਦੋਂ ਕੋਈ ਚੀਜ਼ ਇਕੱਠੀ ਹੁੰਦੀ ਹੈ ਨਾ ਕਿਸੇ 'ਚ, ਇਕੱਠੀ ਹੋਣ ਨੂੰ ਆਪਾਂ ਅਸਿਮੀਲੇਟ ਕਹਿੰਦੇ ਹਾਂ। 16th ਪੈਰਾਗ੍ਰਾਫ, ਵਾਟ ਇਜ਼ ਦਾ ਨੇਮ ਆਫ ਦਾ ਰਿਵਰ ਫਾਦਰ। ਇਹ ਪਿਤਾ ਜੀ ਇਸ ਰਿਵਰ ਦਾ ਨਾਮ ਕੀ ਹੈ। ਹੀ ਆਸਕਡ, ਉਹ ਪੁੱਛਦਾ ਹੈ, ਅਰਜ਼ਡ ਬਾਈ ਦੀ ਅਨਫਾਰਮੂਲੇਟਿਡ ਥਿਊਰੀ that everything has its name original and primordial। ਤਾਂ ਹੁਣ ਉਹਦੇ ਕੋਲ ਇੱਕ ਥਿਊਰੀ ਹੈ, ਉਸ ਥਿਊਰੀ ਦੇ ਵਿੱਚ ਉਹ ਅਨਫਾਰਮੂਲੇਟਿਡ ਦਾ ਮਤਲਬ ਹੈ ਜਿਹੜੀ ਅਜੇ ਫਾਰਮ ਨਹੀਂ ਹੋਈ, ਅਜੇ ਬਣੀ ਨਹੀਂ ਹੈ, ਕੱਚੀ ਪੱਕੀ ਜੀ ਹੈ, ਉਹ ਥਿਊਰੀ ਹੈ ਉਹਦੇ ਕੋਲੇ। ਤੇ ਉਸ ਥਿਊਰੀ 'ਚ ਇਹ ਕਹਿੰਦਾ ਉਹ ਕਿ ਹਰ ਇੱਕ ਚੀਜ਼ ਦਾ ਨਾਮ ਹੈ, ਪਰ ਨਦੀ ਦਾ ਵੀ ਨਾਮ ਹੋਊਗਾ। ਇੱਥੇ ਇੱਕ ਸ਼ਬਦ ਆਇਆ ਪ੍ਰਾਇਮੋਰਡੀਅਲ। ਪ੍ਰਾਇਮੋਰਡੀਅਲ ਫਿਰ ਤੁਹਾਡੀ ਗਲੋਸਰੀ 'ਚ ਪਿਆ ਹੋਇਆ ਹੈ। ਇਹਦਾ ਮਤਲਬ ਹੈ ਜੀ ਐਗਜ਼ਿਸਟਿੰਗ ਐਟ ਔਰ ਫਰੋਮ ਦਾ ਬਿਗਨਿੰਗ ਆਫ ਦਾ ਵਰਲਡ। ਜਿਹੜੀ ਚੀਜ਼ ਸੰਸਾਰ ਦੇ ਸ਼ੁਰੂ ਤੋਂ ਹੈ, ਸੰਸਾਰ ਦੀ ਉਤਪਤੀ ਹੋਈ ਹੈ, ਉਦੋਂ ਤੋਂ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਪ੍ਰਾਇਮੋਰਡੀਅਲ। ਤੁਹਾਨੂੰ ਤਾਂ ਐਂ ਲੱਗਦਾ ਹੈ ਕਿ ਹਰ ਇੱਕ ਚੀਜ਼ ਦਾ ਨਾਮ ਹੈ। ਜਦੋਂ ਸੰਸਾਰ ਪੈਦਾ ਹੋਇਆ ਤਾਂ ਹਰ ਇੱਕ ਚੀਜ਼ ਦਾ ਨਾਮ ਹੈ, ਤਾਂ ਉਸੇ ਆਪਣੀ ਇਮੇਜਿਨੇਸ਼ਨ 'ਚ ਥਿਊਰੀ 'ਚੋਂ ਆਪਣੇ ਬਾਪੂ ਜੀ ਨੂੰ ਪੁੱਛ ਲੈਂਦਾ ਹੈ ਕਿ ਨਾਮ ਕੀ ਹੈ ਜੀ। ਇਟ ਇਜ਼ ਕਾਲਡ ਲਿਉਂਡਾ ਮਾਈ ਸਨ। ਤਾਂ ਮੇਰੇ ਬੱਚੇ, ਇਸ ਦਾ ਨਾਮ ਲਿਉਂਡਾ ਹੈ। ਆਪਾਂ ਨੂੰ ਪਹਿਲਾਂ ਹੀ ਪਤਾ ਹੈ ਲਿਉਂਡਾ ਰਿਵਰ ਹੈ। ਦੈਟ ਆਨਸਰ ਸੀਮ ਟੂ ਸੈਟਿਸਫਾਈ ਹਿਮ। ਹੁਣ ਇਹ ਆਨਸਰ ਉਸ ਨੂੰ ਸੈਟਿਸਫਾਈ ਕਰ ਦਿੰਦਾ ਕਿ ਠੀਕ ਹੈ। ਐਂਡ ਫॉर ਅ ਮੋਮੈਂਟ ਹੀ ਸੈਟ ਬੈਕ ਕੁਆਇਟਲੀ, ਅਤੇ ਕੁਝ ਸਮੇਂ ਲਈ ਉਹ ਚੁੱਪ ਕਰਕੇ ਬੈਠ ਜਾਂਦਾ। 17th ਪੈਰਾਗ੍ਰਾਫ, ਦ ਰਿਵਰ ਵਾਜ਼ ਨਾਓ ਇਨ ਫੁੱਲ ਸਵਿੰਗ। ਯਾਦ ਕਰੋ ਬੇਟਾ, ਪਹਿਲਾਂ ਉਹ ਦੁਪਹਿਰੇ ਬੈਠੇ ਸੀ, ਉਸ ਸਮੇਂ ਰਿਵਰ ਬੜੀ ਸ਼ਾਂਤ ਸੀਗੀ, ਆਪਾਂ ਪੜ੍ਹੀ ਹੈ। ਲੇਕਿਨ ਹੁਣ ਦੇਖੋ ਸ਼ਾਮ ਹੋ ਗਈ, ਸ਼ਾਮ ਨੂੰ ਪਾਣੀ ਦਾ ਵਹਾਅ ਵੱਧ ਜਾਂਦਾ ਹੈ ਰਿਵਰ 'ਚ, ਇਹ ਅਕਸਰ ਹੁੰਦਾ ਹੈ। ਤਾਂ ਹੁਣ ਉਸ ਦੀ ਗੱਲ ਹੋ ਰਹੀ ਹੈ ਕਿ ਰਿਵਰ ਹੁਣ ਫੁੱਲ ਸਵਿੰਗ 'ਚ ਹੈ, ਪੂਰੇ ਜੋਬਨ 'ਚ ਹੈ ਆਪਣੇ। The subtle rhythm of its earlier hissing flow had given place to the crafty play of babbling waves। ਪਹਿਲਾਂ ਜਿਹੜੀ ਨਦੀ ਦਾ ਰਿਦਮ ਸੀਗਾ, ਜੋ ਚਾਲ ਸੀ, ਉਹ ਹਿਸਿੰਗ ਫਲੋ ਸੀ, ਮਤਲਬ ਹੌਲੀ ਸੀਗੀ, ਹੌਲੀ ਹੌਲੀ ਆਵਾਜ਼ਾਂ ਆ ਰਹੀਆਂ ਸੀ ਰਿਵਰ ਦੇ ਫਲੋ ਕਰਨ ਦੀਆਂ। ਪਰ ਹੁਣ ਬੈਬਲਿੰਗ ਵੇਵਸ, ਹੁਣ ਲਹਿਰਾਂ ਉੱਠ ਰਹੀਆਂ ਨੇ ਵੱਡੀਆਂ ਵੱਡੀਆਂ, ਉਹਨਾਂ ਦੀ ਆਵਾਜ਼ਾਂ ਆ ਰਹੀਆਂ। ਬੈਬਲਿੰਗ ਦਾ ਮਤਲਬ ਇੱਥੇ ਸਾਊਂਡ ਤੋਂ ਹੈ, ਵੇਵਸ ਦੇ ਸਾਊਂਡ ਮਤਲਬ ਉੱਠ ਰਹੀ ਹੈ। ਕ੍ਰਾਫਟੀ ਪਲੇ, ਮਤਲਬ ਕ੍ਰਾਫਟੀ ਦਾ ਮਤਲਬ ਵੀ ਜਿਵੇਂ ਕੋਈ ਚਲਾਕੀ ਭਰਿਆ ਪਲੇ ਕਰਦੀ ਹੋਵੇ ਨਾ ਕੋਈ ਰਿਵਰ, ਤਾਂ ਇਸ ਤਰ੍ਹਾਂ ਲੱਗ ਰਹੀ ਹੈ। A wedge of slow ripples had spread the first flaws in a crystal sheet of indomitable power। ਹੁਣ ਇੱਥੇ indomitable ਸ਼ਬਦ ਆਇਆ ਜੋ ਕਿ ਤੁਹਾਡੇ ਗਲੋਸਰੀ 'ਚ ਹੈ। ਇਹਦਾ ਮਤਲਬ ਹੈ indomitable ਦਾ that cannot be defeated, ਜਿਸ ਨੂੰ ਕਿ ਆਪਾਂ ਹਰਾ ਨਾ ਸਕੀਏ। ਕਹਿੰਦੇ ਇਹ ਜਿਹੜੀ ਨਦੀ ਦੀ ਪਾਵਰ ਹੈ ਇਹ indomitable ਹੈ, ਇਸ ਨੂੰ ਆਪਾਂ ਹਰਾ ਨਹੀਂ ਸਕਦੇ। ਤੇ ਇਸ ਨਦੀ ਦੇ ਉੱਪਰ ਹੁਣ ਕੀ ਬਣ ਗਏ, ਰਿਪਲਸ ਬਣ ਗਏ। ਤੇ ਰਿਪਲਸ ਬਣਨ ਦੇ ਨਾਲ ਉਹ ਜਿਹੜੀ ਨਦੀ ਦਾ ਇੱਕ ਕ੍ਰਿਸਟਲ ਸ਼ੀਟ ਸੀਗੀ, ਜੋ ਨਦੀ ਐ ਵਿਛੀ ਹੋਈ ਸੀ ਜਿਵੇਂ ਇੱਕ ਚੱਦਰ ਵਿਛੀ ਹੁੰਦੀ ਹੈ, ਹੁਣ ਉਹ ਨਹੀਂ ਰਹੀ, ਕਿਉਂਕਿ ਉਹਦੇ 'ਚ ਰਿਪਲਸ ਬਣਦੇ ਜਾ ਰਹੇ ਨੇ। ਇਸ ਲਾਈਨ ਦਾ ਮਤਲਬ ਇਹ ਹੈ ਕਿ ਪਹਿਲਾਂ ਦੇਖੋ ਨਦੀ ਪੂਰੀ ਇੱਕ ਸ਼ੀਟ ਵਾਂਗੂ ਵਿਛੀ ਹੋਈ ਸੀ, ਕ੍ਰਿਸਟਲ ਮਤਲਬ ਕਲੀਅਰ,
ਕਲੀਅਰ ਸ਼ੀਟ ਵਾਂਗੂ ਵਿਛੀ ਹੋਈ ਸੀ, ਲੇਕਿਨ ਹੁਣ ਉਹਦੇ ਚ ਰਿਪਲਸ ਬਣ ਗਏ। ebbing, falling, mounting, remounting, the terrible serpent poured itself down from the plain, a mighty sweep of opulent majesty, and borrowing the luster of magnificence from the golden sun, and thrown itself upon the earth's mirthful usurping emperor. कुछ वर्ड्स आए हैं, पहले मैं ਉਹਦਾ मतलब क्लियर करा, फिर ये लाइन समझ आएगी। एबिंग शब्द आया है, एबिंग का मतलब ਹੁੰਦਾ बेटा, एक तो ਹੁੰਦਾ देखो ਆਪਾਂ ਪੰਜਾਬੀ ਚ ਪੜਿਆ ਜਵਾਰ, ਟਾਈਡ, ਉਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਟਾਈਡ, ਜਦੋਂ ਪਾਣੀ ਉੱਪਰ ਉੱਠਦਾ, ਲਹਿਰ ਦਾ ਪਾਣੀ ਜਦੋਂ ਉੱਪਰ ਉੱਠਦਾ ਛਲ ਮਾਰ ਕੇ, ਉਹਨੂੰ ਆਪਾਂ ਜਵਾਰ ਕਹਿੰਦੇ ਆ। ਜਦੋਂ ਉਹ ਨੀਚੇ ਬਹਿੰਦਾ ਉਹਨੂੰ ਆਪਾਂ ਭਾਟਾ ਕਹਿੰਦੇ ਆ, ਤੇ ਉਸ ਨੂੰ ਆਪਾਂ ਨੀਚੇ ਉਤਰਨ ਨੂੰ ਪਾਣੀ ਨੂੰ ਪੰਜਾਬੀ ਚ ਭਾਟਾ ਜਾਂ ਐਬਿੰਗ ਕਹਿੰਦੇ। ਸਮਝ ਆਈ ਗੱਲ? ਪਾਣੀ ਜਦੋਂ ਨੀਚੇ ਆਉਂਦਾ ਉਸ ਨੂੰ ਆਪਾਂ ਐਬਿੰਗ ਕਹਿੰਦੇ ਆ। ਤਾਂ ਹੁਣ ਉਹ ਰਿਪਲਸ ਦੇਖੋ ਨੀਚੇ ਜਾ ਰਹੇ ਨੇ, ਫਾਲਿੰਗ ਗਿਰ ਰਹੇ ਨੇ, ਮਾਊਂਟਿੰਗ ਫੇਰ ਚੜ ਰਹੇ ਨੇ, ਰੀਮਾਊਂਟਿੰਗ ਦੁਬਾਰਾ ਚੜ ਰਹੇ ਨੇ, ਰਿਪਲ ਤੇ ਰਿਪਲ ਚੜ ਰਹੇ ਨੇ। ਤਾਂ ਰਿਪਲਸ ਨੂੰ ਇੱਥੇ ਉਸਨੇ ਕੀ ਕਿਹਾ ਰਾਈਟਰ ਨੇ? ਟੈਰੀਬਲ ਸਰਪੈਂਟ। ਟੈਰੀਬਲ ਦਾ ਮਤਲਬ ਹੁੰਦਾ ਹੈ ਡਰਾਉਣ ਵਾਲੇ। ਸਰਪੈਂਟ ਸ਼ਬਦ ਪਹਿਲਾਂ ਵੀ ਆਇਆ, ਕੀ ਹੁੰਦਾ? ਸੱਪ। ਤਾਂ ਰਿਪਲ ਕੀ ਨਜ਼ਰ ਆ ਰਹੇ ਨੇ? ਟੈਰੀਬਲ ਸਰਪੈਂਟ ਨਜ਼ਰ ਆ ਰਹੇ ਨੇ। ਅ ਮਾਈਟੀ ਸਵੀਪ ਆਫ ਓਪੂਲੈਂਟ ਮੈਜੈਸਟੀ। ਓਪੂਲੈਂਟ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ, ਓਪੂਲੈਂਟ ਬਹੁਤ ਜ਼ਿਆਦਾ, ਤੇ ਬਹੁਤ ਜ਼ਿਆਦਾ ਨੇ ਜੀ, ਬਹੁਤ ਵੇਗ ਨਾਲ ਆ ਰਹੇ ਨੇ। ਅਤੇ ਫਿਰ ਉਹਨਾਂ ਦੇ ਉੱਪਰ ਦੇਖੋ ਸਨ, ਗੋਲਡਨ ਸਨ ਦੀਆਂ ਕਿਰਨਾਂ ਪੈ ਰਹੀਆਂ, ਜਿਹਦੇ ਨਾਲ ਉਹ ਬਰਾਊਨਿੰਗ ਹੋਰ ਚਮਕ ਰਹੇ ਨੇ। ਇੱਥੇ ਸਾਰੀ ਲਾਈਨ ਕਾਦੇ ਬਾਰੇ ਹੈ? ਰਿਪਲਸ ਬਾਰੇ ਹੈ, ਕਿ ਰਿਪਲ ਕਿਦਾਂ ਦੇ ਲੱਗ ਰਹੇ ਨੇ। ਇੱਕ ਤਾਂ ਦੇਖੋ ਵੱਡੇ ਵੱਡੇ ਹੋ ਰਹੇ ਨੇ, ਸਰਪੈਂਟ ਵਾਂਗੂ ਨਜ਼ਰ ਆ ਰਹੇ ਨੇ, ਫਿਰ ਉਹਨਾਂ ਦੇ ਉੱਪਰ ਸੂਰਜ ਦੀਆਂ ਚਮਕਾਂ ਪੈ ਰਹੀਆਂ ਨੇ, ਹੋਰ ਜ਼ਿਆਦਾ ਡਰਾਉਣੇ ਲੱਗ ਰਹੇ ਨੇ। ਅਤੇ ਐਂ ਲੱਗ ਰਿਹਾ ਹੈ ਜਿਵੇਂ ਇਹਨਾਂ ਸਾਰੇ ਪਾਣੀ ਨੇ, ਰਿਪਲਸ ਨੇ ਇਸ ਅਰਥ ਦੇ ਉੱਪਰ ਕਬਜ਼ਾ ਕਰ ਲਿਆ ਹੋਵੇ, ਇੱਕ ਯੂਸਰਪਿੰਗ ਐਂਪਰਰ ਦੀ ਤਰ੍ਹਾਂ। ਯੂਸਰਪਿੰਗ ਦਾ ਮਤਲਬ ਹੁੰਦਾ ਬੇਟਾ, ਤੁਹਾਡੀ ਗਲੋਸਰੀ ਚ ਲਿਖਿਆ ਹੋਇਆ ਹੈ, ਟੇਕਿੰਗ ਸਮਬੋਡੀਜ਼ ਪਾਵਰ, ਮਾਈਟ, ਪੋਜੀਸ਼ਨ ਰੋਂਗਫੁਲੀ। ਮੰਨ ਲਓ ਕਿਸੇ ਤੇ ਕੋਈ ਧੱਕੇ ਨਾਲ ਕਬਜ਼ਾ ਕਰ ਲੇ, ਉਹਨੂੰ ਆਪਾਂ ਯੂਸਰਪ ਕਹਿੰਦੇ ਹਾਂ। ਜਿਵੇਂ ਜ਼ਮੀਨ ਦੇ ਉੱਪਰ ਇਹ ਸਾਰੇ ਪਾਣੀ ਨੇ ਧੱਕੇ ਨਾਲ ਕਬਜ਼ਾ ਕਰਿਆ ਹੋਇਆ ਹੈ, ਇੱਕ ਯੂਸਰਪਿੰਗ ਐਂਪਰਰ। ਐਂਪਰਰ ਦਾ ਮਤਲਬ ਸ਼ਹਿਨशाह, ਐਂਪਰਰ ਦੀ ਤਰ੍ਹਾਂ ਕਬਜ਼ਾ ਕਰ ਲਿਆ। ਤਾਂ ਦੇਖੋ ਕਿੰਨੇ ਸੋਹਣੇ ਵਰਡਸ ਰਾਈਟਰ ਨੇ ਯੂਜ਼ ਕੀਤੇ ਆ ਇੱਥੇ ਪਾਣੀ ਦੇ ਬਾਰੇ ਦੱਸਣ ਦੇ ਲਈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 18th paragraph. The child trembled with fear as he contemplated the roaring hum of the demoniac rushing stream. ਹੁਣ ਬੱਚਿਓ ਐਨੇ ਵੱਡੇ ਵੱਡੇ ਜਦੋਂ ਉਹ ਵਾਵ ਰੋਲੇ ਜੇ ਦੇਖਦਾ ਹੈ, ਰਿਪਲਸ ਦੇਖਦਾ ਹੈ, ਵੇਵਸ ਦੇਖਦਾ ਹੈ, ਤਾਂ ਉਹਦੇ ਨਾਲ ਉਹ ਬੱਚਾ ਡਰ ਜਾਂਦਾ। ਨੈਚੁਰਲੀ ਬੱਚਾ ਤਾਂ ਡਰੂਗਾ ਹੀ। ਦੇਖੋ ਇਸ ਤਰ੍ਹਾਂ ਪਾਣੀ ਚੜ ਕੇ ਆ ਰਿਹਾ ਹੈ ਤਾਂ ਉਹ ਟ੍ਰੈਂਬਲ, ਕੰਬਣ ਲੱਗ ਜਾਂਦਾ ਹੈ ਵਿਦ ਫੀਅਰ, ਡਰ ਦੇ ਨਾਲ। ਅਤੇ ਫਿਰ ਉਹ ਸੋਚਣ ਲੱਗ ਜਾਂਦਾ। ਇੱਥੇ ਕੰਟੈਂਪਲੇਟ ਸ਼ਬਦ ਤੁਹਾਡੀ ਗਲੋਸਰੀ 'ਚ ਵੀ ਲਿਖਿਆ ਹੋਇਆ ਹੈ। ਕੰਟੈਂਪਲੇਟ ਦਾ ਮਤਲਬ ਹੈ ਕੰਸੀਡਰ ਥਾਟਫੁਲੀ, ਜਦੋਂ ਤੁਸੀਂ ਸੋਚਦੇ ਹੋ। ਤਾਂ ਫਿਰ ਉਹ ਸੋਚਦਾ ਹੈ ਕਾਹਦੇ ਬਾਰੇ? ਰਸ਼ਿੰਗ ਸਟਰੀਮ। ਸਟਰੀਮ ਦਾ ਮਤਲਬ ਇੱਥੇ ਨਦੀ ਤੋਂ ਹੀ ਹੈ, ਰਸ਼ਿੰਗ ਦਾ ਮਤਲਬ ਜਿਹੜੀ ਭੱਜਦੀ ਆ ਰਹੀ ਹੈ ਉਹਦੇ ਵੱਲ। ਇੱਥੇ ਇੱਕ ਸ਼ਬਦ ਆਇਆ ਬੇਟਾ ਡਿਮੋਨਾਇਕ। ਡੀਮਨ ਸ਼ਬਦ ਤੋਂ ਬਣਿਆ ਹੈ ਡਿਮੋਨਾਇਕ। ਤਾਂ ਡੀਮਨ ਕੀ ਹੁੰਦਾ? ਡੀਮਨ ਦਾ ਮਤਲਬ ਹੁੰਦਾ ਰਾਖਸ਼ਸ, ਤੇ ਇਹ ਹੁੰਦਾ ਨਾਊਨ। ਤੇ ਉਹਦੇ ਪਿੱਛੇ ਜੇ ਆਪਾਂ IAC ਪਾ ਦਈਏ ਤਾਂ ਇਹ ਬਣ ਜਾਂਦਾ ਹੈ ਰਾਖਸ਼ਸ ਵਰਗਾ। ਤਾਂ ਇਹ ਨਦੀ ਉਹਨੂੰ ਰਾਖਸ਼ਸ ਵਰਗੀ ਨਜ਼ਰ ਆ ਰਹੀ ਹੈ। He looked into his mother's eyes for comfort. ਤਾਂ ਜਦੋਂ ਬੱਚਾ ਡਰ ਜੂ ਫਿਰ ਕਿਹਨੂੰ ਦੇਖੂ? ਆਪਣੀ ਬੇਬੇ ਨੂੰ। ਤਾਂ ਹੁਣ ਉਹ ਆਪਣੀ ਮਾਤਾ ਦੀਆਂ ਅੱਖਾਂ ਵੱਲ ਦੇਖਦਾ।
ਜਦੋਂ ਨਦੀ ਦੇ ਪਾਣੀ ਤੋਂ ਇਸ ਤਰ੍ਹਾਂ ਡਰ ਜਾਂਦਾ ਉਹ। देयर वॉज अ टेंडर लुक ऑफ फ्री एश्योरेंस इन हर डस्की फेस। ਤਾਂ ਹੁਣ ਉਹਦੀਆਂ ਮਾਤਾ ਦੀਆਂ ਅੱਖਾਂ ਦੇ ਵਿੱਚ ਇੱਕ ਮਤਲਬ ਉਸ ਨੂੰ ਸ਼ਾਂਤ ਕਰਨ ਵਾਲੀ ਮਤਲਬ ਝਲਕ ਹੈ। ਇੱਥੇ ਡਸਕੀ ਸ਼ਬਦ ਆਇਆ ਮਤਲਬ ਹੁੰਦਾ ਹੈ ਹਲਕੀ ਜੀ ਝਲਕ, ਡਿਮ, ਜਿਹਨੂੰ ਤੁਸੀਂ ਇੰਗਲਿਸ਼ ਚ ਡਿਮ ਕਹਿ ਸਕਦੇ ਹੋ। ਡਸਕੀ ਦਾ ਮਤਲਬ ਤੁਹਾਡੀ ਗਲੋਸਰੀ ਚ ਵੀ ਹੈ। ਸੋ ਹੀ ਸੈਟ ਸੇਫਲੀ ਇਨ ਕਨਵਿਕਸ਼ਨ ਆਫ ਹਰ ਸਪੋਰਟਿੰਗ ਲਵ ਐਂਡ ਇਨ ਅ ਵਾਈਲ ਇਵਨ ਮਸਟਰਡ ਕਰੇਜ਼ ਟੂ ਸਟੇਅਰ ਇਨਟੂ ਦਾ ਸਟਰੀਮ ਅਗੇਨ। ਤਾਂ ਉਹ ਚੁੱਪ ਕਰਕੇ ਫਿਰ ਸੁਰੱਖਿਅਤ ਬੈਠ ਜਾਂਦਾ ਹੈ ਕਿ ਚਲੋ ਮੇਰੀ ਮਾਂ ਮੇਰੇ ਕੋਲੇ ਹੈ, ਮੈਨੂੰ ਡਰ ਦੀ ਜ਼ਰੂਰਤ ਨਹੀਂ ਹੈ। ਕਨਵਿਕਸ਼ਨ ਦਾ ਮਤਲਬ ਹੁੰਦਾ ਹੈ ਬਿਲੀਫ, ਵਿਸ਼ਵਾਸ। ਉਹਨੂੰ ਵਿਸ਼ਵਾਸ ਹੈ ਕਿ ਮੇਰੀ ਮਾਤਾ ਮੇਰੇ ਕੋਲੇ ਹੈ। ਅਤੇ ਫਿਰ ਇੱਕ ਵਾਰੀ ਫਿਰ ਉਹ ਆਪਣੇ ਅੰਦਰ ਕਰੇਜ ਲੈ ਕੇ ਆਉਂਦਾ ਹੈ। ਕਰੇਜ ਦਾ ਮਤਲਬ ਹੌਸਲਾ, ਮਸਟਰਡ ਦਾ ਮਤਲਬ ਦੁਬਾਰਾ ਪੈਦਾ ਕਰਦਾ ਹੈ, ਦੁਬਾਰਾ ਇਕੱਠਾ ਕਰਦਾ ਹੈ। ਮਸਟਰਡ ਦਾ ਮਤਲਬ ਹੁੰਦਾ ਹੈ ਇਕੱਠਾ ਕਰਨਾ। ਤੁਹਾਡੀ ਗਲੋਸਰੀ ਚ ਵੀ ਹੈ ਮਸਟਰਡ ਸ਼ਬਦ, ਜਿਸ ਦਾ ਮਤਲਬ ਹੈ ਟੂ ਕਮ ਔਰ ਬ੍ਰਿੰਗ ਟੂਗੇਦਰ। ਕੋਈ ਚੀਜ਼ ਨੂੰ ਤੁਸੀਂ ਇਕੱਠਾ ਕਰਦੇ ਹੋ ਉਹਨੂੰ ਆਪਾਂ ਮਸਟਰਡ ਕਹਿੰਦੇ ਆ। ਅਤੇ ਹੌਸਲਾ ਕਰਕੇ ਫਿਰ ਉਹ ਦੁਬਾਰਾ ਕਿਹਦੇ ਵੱਲ ਫੇਰ ਦੇਖਦਾ ਹੈ ਜੀ? ਨਦੀ ਵੱਲ, ਕਿਉਂਕਿ ਉਹਨੂੰ ਪਤਾ ਹੈ ਵੀ ਮੇਰੀ ਮੰਮੀ ਮੇਰੇ ਕੋਲੇ ਹੈ। ਤਾਂ ਜਦੋਂ ਮੰਮੀ ਕੋਲੇ ਹੈ ਤਾਂ ਬੱਚੇ ਨੂੰ ਹੌਸਲਾ ਹੋ ਜਾਂਦਾ ਹੈ। ਤਾਂ ਫਿਰ ਦੁਬਾਰਾ, ਹਾਲਾਂਕਿ ਉਹ ਪਹਿਲੀ ਵਾਰੀ ਦੇਖਣ ਤੇ ਡਰਿਆ ਹੁੰਦਾ ਹੈ ਪਾਣੀ ਨੂੰ, ਪਹਿਲਾਂ ਆਪਣੀ ਮਦਰ ਨੂੰ ਦੇਖਦਾ ਹੈ, ਮਦਰ ਤੋਂ ਫਿਰ ਉਸ ਨੂੰ ਹਿੰਮਤ ਆਉਂਦੀ ਹੈ, ਫਿਰ ਦੁਬਾਰਾ ਉਹ ਪਾਣੀ ਵੱਲ ਦੇਖਦਾ ਹੈ। A whirlpool engaged his attention, first a disembodied look, then his searching watchfulness। whirlpool ਵਾਵਰੋਲੇ ਜਿਹਨੂੰ ਕਹਿੰਦੇ ਨੇ, ਜਿਹੜੇ ਉਹ ਭਵੰਡਰ 'ਚ ਨਹੀਂ ਪੈਦਾ ਹੋ ਜਾਂਦੇ ਗੋਲ ਜੇ, ਉਹ ਵਾਵਰੋਲੇ ਜਿਹੇ ਹੁੰਦੇ ਨੇ, ਗੋਲ ਜਿਹਾ ਪਾਣੀ ਘੁੰਮੀ ਜਾਂਦਾ ਹੈ। ਇੱਕ ਵਾਸ਼ਿੰਗ ਮਸ਼ੀਨ ਦਾ ਨਾਮ ਵੀ ਵਰਲਪੂਲ ਹੈ, ਉਸ ਨੂੰ ਕਹਿੰਦੇ ਆ ਜੀ ਵਾਵਰੋਲੇ ਜਿਹੇ ਨੂੰ ਵਰਲਪੂਲ ਉਸ ਨੂੰ ਦਿਖਦਾ ਹੈ ਪਾਣੀ 'ਚ, ਉਹ ਭਵੰਡਰ ਜਿਹਾ ਦਿਖਦਾ ਹੈ। ਇੰਗੇਜਡ ਹਿਜ਼ ਅਟੈਂਸ਼ਨ ਮਤਲਬ ਉਹਦਾ ਧਿਆਨ ਉਧਰ ਚਲਾ ਜਾਂਦਾ ਹੈ। ਅਟੈਂਸ਼ਨ ਦਾ ਮਤਲਬ ਧਿਆਨ। ਸਭ ਤੋਂ ਪਹਿਲਾਂ ਤਾਂ ਉਹਦਾ ਜਿਹੜਾ ਧਿਆਨ ਹੈ ਡਿਸਐਂਬੋਡੀਡ ਤੁਹਾਡੇ ਬੇਟਾ ਗਲੋਸਰੀ 'ਚ ਲਿਖਿਆ ਹੋਇਆ, ਦਾ ਮਤਲਬ ਹੈ ਸੈਪਰੇਟਿਡ ਫਰੋਮ ਦਾ ਬੋਡੀ। ਸੈਪਰੇਟਿਡ, ਪਾਣੀ ਤੋਂ ਅਲੱਗ ਜਿਹਾ ਦਿਖਦਾ ਉਸ ਨੂੰ। ਇੱਥੇ ਹੁਣ ਬੋਡੀ ਦੀ ਕੀ ਮਤਲਬ ਹੈ ਕਿ ਪਾਣੀ ਹੈ ਬਹੁਤ ਸਾਰਾ, ਲੇਕਿਨ ਉਹ ਵਾਵਰੋਲਾ ਪਾਣੀ ਤੋਂ ਉਸ ਨੂੰ ਅਲੱਗ ਜਿਹਾ ਦਿਖਦਾ ਹੈ। ਡਿਸਐਂਬੋਡੀਡ ਦਾ ਮਤਲਬ ਸੈਪਰੇਟਿਡ। ਦੈਨ ਹੀ ਸਰਚਿੰਗ ਵਾਚਫੁਲਨੈਸ, ਫਿਰ ਉਹ ਧਿਆਨ ਨਾਲ ਦੇਖਦਾ, ਉਸ ਨੂੰ ਵਾਚ ਕਰਦਾ ਹੈ। ਦਾ ਰਿਵੋਲਵਿੰਗ ਵਾਟਰ ਡਿਡ ਨੋਟ ਸੀਮ ਟੂ ਮੂਵ। ਹੁਣ ਜਿਹੜਾ ਪਾਣੀ ਘੁੰਮ ਰਿਹਾ ਹੈ, ਰਿਵੋਲਵਿੰਗ, ਘੁੰਮਣ ਵਾਲਾ ਜਿਹੜਾ ਪਾਣੀ ਹੈ, ਮੂਵ ਨਹੀਂ ਕਰ ਰਿਹਾ, ਘੁੰਮਿਓ ਜਾ ਰਿਹਾ, ਉੱਥੇ ਹੀ ਖੜਾ। ਵਾਈ ਡਿਡ ਇਟ ਨੋਟ ਮੂਵ? ਹੁਣ ਉਹਦੇ ਅੰਦਰ ਕੁਐਸਚਨ ਪੈਦਾ ਹੁੰਦਾ ਵੀ ਮੂਵ ਕਿਉਂ ਨਹੀਂ ਕਰਦਾ? ਬਾਕੀ ਸਾਰਾ ਪਾਣੀ ਤਾਂ ਦੇਖੋ ਰਿਵਰ 'ਚ ਜਾ ਰਿਹਾ ਅੱਗੇ, ਲੇਕਿਨ ਉਹ ਜਿਹੜਾ ਪਾਣੀ ਹੈ ਹੀ ਘੁੰਮੀ ਜਾਂਦਾ ਉੱਥੇ ਖੜਾ, ਕਿਉਂ? ਹੀ ਲੁਕਡ ਐਂਡ ਲੁਕਡ, ਉਹ ਦੇਖਦਾ ਰਿਹਾ, ਵੇਟਿੰਗ ਫॉर ਦਾ ਪੈਂਟ ਅਪ ਸਨੈਗ ਟੂ ਰਿਲੀਜ਼ ਇਟਸੈਲਫ। ਪੈਂਟ ਅਪ ਤੇ ਸਨੈਗ ਦੋਵੇਂ ਤੁਹਾਡੇ ਹੈਗੇ ਆ ਜੀ। ਪੈਂਟ ਅਪ ਦਾ ਮਤਲਬ ਹੁੰਦਾ ਰਿਪਰੈਸਡ, ਦਬੀਆਂ ਹੋਈਆਂ। ਪੈਂਟ ਅਪ ਦਾ ਮਤਲਬ ਦਬੀ ਹੋਈ ਕੋਈ ਖੁਆਇਸ਼ ਹੋਵੇ ਆਪਣੇ ਮਨ ਦੇ ਉੱਪਰ, ਆਪਾਂ ਨੂੰ ਪੈਂਟ ਅਪ ਕਹਿੰਦੇ ਆ। ਸਨੈਗ ਦਾ ਮਤਲਬ ਹੁੰਦਾ ਬੇਟਾ ਆਬਸਟੈਕਲ। ਆਬਸਟੈਕਲ ਦਾ ਮਤਲਬ ਰੁਕਾਵਟ। ਕਹਿੰਦੇ ਐਂ ਲੱਗਦਾ ਜਿਵੇਂ ਕੋਈ ਉਹਦੀ ਪੈਂਟ ਅਪ ਸਨੈਗ ਹੈ, ਕੋਈ ਦਬੀ ਹੋਈ ਜਿਹੜੀ ਉਹਦੀ ਅੰਦਰ ਕੋਈ ਰੁਕਾਵਟ ਹੈ, ਉਹ ਹੁਣ ਬਾਹਰ ਆ ਰਹੀ ਹੈ। ਉਹੀ ਕੁਐਸਚਨ ਉਹਦਾ ਬਾਹਰ ਆ ਰਿਹਾ ਹੈ। ਇਟ ਵੁੱਡ ਨਾਟ ਫਲੋ, ਇਹ ਫਲੋ ਨਹੀਂ ਕਰ ਰਿਹਾ, ਪਾਣੀ ਨਹੀਂ ਚੱਲ ਰਿਹਾ, ਉੱਥੇ ਹੀ ਖੜਾ ਘੁੰਮੀ ਜਾਂਦਾ ਹੈ। ਹੀ ਸਟਾਰਟਡ ਹਾਰਡ ਐਟ ਇਟ, ਉਹ ਪਿਆ ਬਹੁਤ ਹੀ ਜ਼ਿਆਦਾ ਸੋਚਦਾ ਇਸ ਬਾਰੇ। ਸਟਾਰਟਡ ਹਾਰਡ। देयर वाज अ डिफरेंस बट द डिंपल इन द पूल परसिस्टेड। ਹੁਣ ਦੇਖੋ ਜਿਹੜਾ ਪੂਲ ਰਿਵਰ ਨੂੰ ਕਹਿ ਰਿਹਾ ਹੈ ਤੇ ਡਿੰਪਲ ਉਸ ਵਾਵਰੋਲੇ ਨੂੰ ਕਹਿ ਰਿਹਾ ਹੈ। ਜਿਵੇਂ ਕਿਸੇ ਦੀਆਂ ਗੱਲਾਂ ਦੇ ਡਿੰਪਲ ਪੈ ਜਾਂਦੇ ਆ ਨਾ, ਤਾਂ ਇਸੇ ਤਰ੍ਹਾਂ ਉਹ ਕਹਿ ਰਿਹਾ ਕਿ ਪਾਣੀ 'ਚ ਡਿੰਪਲ ਪੈ ਗਿਆ। ਡਿੰਪਲ ਵੀ ਉਦਾਂ ਦਾ ਹੀ ਹੁੰਦਾ ਨਾ, ਤਾਂ ਉਹ ਡਿੰਪਲ ਕਹਿ ਰਿਹਾ ਉਸ ਵਰਲਪੂਲ ਨੂੰ। ਕਹਿੰਦੇ ਉਹ ਪਾਣੀ ਦੇ ਵਿੱਚ ਉਹ ਡਿੰਪਲ ਬਣਿਆ ਹੋਇਆ ਹੈ, ਲਾਈਕ ਦਾ ਡਿੰਪਲ ਔਨ ਦਾ ਮਦਰਸ ਫੇਸ। ਕਹਿੰਦੇ ਜਿਵੇਂ ਮੇਰੀ ਮਾਂ ਦੇ ਫੇਸ ਤੇ ਡਿੰਪਲ ਬਣਦੇ ਆ। ਦੇਖੋ ਉਹਨੂੰ ਬੱਚੇ ਦੀ ਇਮੇਜਿਨੇਸ਼ਨ ਦੇਖੋ, ਉਹ ਆਪਣੀ ਜਿਹੜਾ ਪਾਣੀ ਦੇ ਵਿੱਚ ਵਰਲਪੂਲ ਬਣ ਰਿਹਾ ਹੈ ਉਸ ਨੂੰ ਕਿਹਦੇ ਨਾਲ ਕੰਪੇਅਰ ਕਰ ਰਿਹਾ? ਆਪਣੀ ਮਾਂ ਦੀਆਂ ਫੇਸ ਦੀਆਂ ਡਿੰਪਲ ਦੇ ਨਾਲ। ਦਿਸ ਮਾਰਕ ਔਨ ਦਾ ਡਾਰਕ ਲਿਓਨਾਈਨ ਇੰਪੀਰੀਅਸ ਸਟ੍ਰੀਮ ਪਰਸਿਸਟਡ। ਲਿਓਨਾਈਨ ਸ਼ਬਦ ਦੇਖੋ ਲਾਈਨ ਤੋਂ ਬਣਦਾ ਬੇਟਾ, ਇਹ ਲਾਈਨ ਵਰਗਾ। ਲਿਓਨਾਈਨ ਤੁਹਾਡੇ ਉਹਦੇ 'ਚ ਵੀ ਹੈਗਾ, ਗਲੋਸਰੀ 'ਚ ਵੀ ਹੈ। ਇਹਦਾ ਮਤਲਬ ਹੈ ਲਾਈਕ ਲਾਈਨ, ਸ਼ੇਰ ਵਰਗਾ। ਤੇ ਇੱਕ ਸ਼ਬਦ ਹੋਰ ਵੀ ਹੈ ਤੁਹਾਡਾ ਨਾਲ ਹੀ, ਇੰਪੀਰੀਅਸ, ਪ੍ਰਾਊਡ, ਹੰਕਾਰੀ। ਹੰਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਆਪਾਂ ਇੰਪੀਰੀਅਸ ਕਹਿੰਦੇ ਹਾਂ। ਤਾਂ ਇਹ ਲਾਈਨ ਦਾ ਮਤਲਬ ਇਹ ਹੋ ਗਿਆ, ਇਹ ਜਿਹੜੀ ਸਟਰੀਮ ਹੈ, ਇਹ ਜਿਹੜੀ ਨਦੀ ਹੈ, ਉਸ ਨੂੰ ਸ਼ੇਰ ਵਰਗੀ ਨਜ਼ਰ ਆ ਰਹੀ ਹੈ, ਕਾਫੀ ਜ਼ਿਆਦਾ ਪ੍ਰਾਊਡੀ ਨਜ਼ਰ ਆ ਰਹੀ ਹੈ। ਪਰ ਜਿਹੜਾ ਮਿਸਟਰੀ ਆਫ ਦਾ ਰਿਵਰ ਸੋਲ ਹੈ, ਸੋ ਲਾਈਕ ਦਾ ਮਿਸਟਰੀ ਆਫ ਵੂਮਨ ਸੋਲ, innocent, simple, yet in the end subtle, mysterious, unknowable, perhaps even capricious। ਪਰ ਜਿਹੜੀ
ਕਹਿੰਦੇ ਨਾ ਜਿਵੇਂ ਇੱਕ ਸੋਲ ਹੁੰਦੀ ਹੈ ਕਿਸੇ ਵੀ ਆਦਮੀ ਦੀ ਆਤਮਾ ਹੁੰਦੀ ਹੈ ਨਾ, ਉਹ ਬੜੀ ਮਿਸਟੀਰੀਅਸ ਜੀ ਹੁੰਦੀ ਹੈ। ਆਪਾਂ ਤਾਂ ਦੇਖੋ ਆਪਣੇ ਵੱਲੋਂ ਇਮੇਜਿਨੇਸ਼ਨ ਹੀ ਕਰਦੇ ਨਾ ਕਿ ਆਦਮੀ ਦੇ ਅੰਦਰ ਸੋਲ ਹੁੰਦੀ ਹੈ, ਆਪਾਂ ਦੇਖੀ ਤਾਂ ਹੈ ਨਹੀਂ। ਤਾਂ ਇਹੀ ਗੱਲਾਂ ਉਹ ਕਹਿ ਰਹੇ ਹੈ, ਕਹਿੰਦਾ ਵੀ ਜਿਹੜੀ ਰਿਵਰ ਦੀ ਸੋਲ ਹੈ ਉਹ ਬੜੀ ਮਿਸਟੀਰੀਅਸ ਹੈ, ਬੜੀ ਭੇਦ ਭਰੀ ਹੈ, ਇਨੋਸੈਂਟ ਹੈ, ਮਾਸੂਮ ਹੈ, ਸਿੰਪਲ ਹੈ, ਪਰ ਫਿਰ ਵੀ ਸਟਲ। ਸਟਲ ਦਾ ਮਤਲਬ ਤੁਹਾਡੇ ਗਲੋਸਰੀ 'ਚ ਵੀ ਹੈ, ਇਹਦਾ ਮਤਲਬ ਹੁੰਦਾ ਸੂਖਮ, ਸਟਲ। ਜਿਹੜੀ ਚੀਜ਼ ਬਰੀਕ ਹੋਵੇ ਉਹਨੂੰ ਆਪਾਂ ਸਟਲ ਕਹਿੰਦੇ ਆ। ਅਨਨੋਏਬਲ, ਜਿਹਨੂੰ ਆਪਾਂ ਜਾਣ ਨਾ ਸਕੀਏ, ਮਿਸਟੀਰੀਅਸ, ਭੇਦ ਭਰੀ। ਇੱਕ ਹੋਰ ਸ਼ਬਦ ਹੈ ਕੈਪਰੀਸ਼ੀਅਸ। ਕੈਪਰੀਸ਼ੀਅਸ ਤੁਹਾਡੀ ਗਲੋਸਰੀ 'ਚ ਹੈ, ਇਹਦਾ ਮਤਲਬ ਹੈ ਜੀ ਕਿ characterized by sudden changing in attitude or behavior। ਮਤਲਬ ਆਪਾਂ ਇੱਕਦਮ ਆਪਣਾ ਬਿਹੇਵੀਅਰ ਆਮ ਨਾ ਰਹੇ, ਆਪਾਂ ਸਨਕੀ ਜੇ ਹੋ ਜੀ, ਸਨਕੀ। ਕੈਪਰੀਸ਼ੀਅਸ ਦਾ ਮਤਲਬ ਹੁੰਦਾ ਸਨਕੀ, ਕਿ ਆਪਣਾ ਬਿਹੇਵੀਅਰ ਇੱਕ ਤਰ੍ਹਾਂ ਦਾ ਔਰ ਜਿਹਾ ਬਿਹੇਵੀਅਰ ਹੋ ਜੇ, ਉਸ ਨੂੰ ਆਪਾਂ ਕੈਪਰੀਸ਼ੀਅਸ ਕਹਿੰਦੇ ਆ। ਤਾਂ ਹੁਣ ਉਹ ਇਸ ਲਾਈਨ 'ਚ ਕਹਿਣਾ ਕੀ ਚਾਹ ਰਹੇ ਹੈ ਕਿ ਜਿਹੜੇ ਰਿਵਰ ਦੇ ਭੇਦ ਨੇ ਉਹਦੇ ਲਈ ਹਜੇ ਵੀ ਅਣਸੁਲਝੇ ਨੇ। ਉਹਨੂੰ ਕੋਈ ਐਸੀ ਚੀਜ਼ ਦਿਖ ਜਾਂਦੀ ਹੈ ਜਿਹੜੀ ਉਸ ਨੂੰ ਤੰਗ ਕਰਦੀ ਹੈ। ਕਦੇ ਪਾਣੀ ਦਾ ਵਹਾਅ ਦਿਖ ਰਿਹਾ ਹੈ, ਕਦੇ ਉਸ ਨੂੰ ਰਿਪਲਸ ਦਿਖ ਰਹੇ ਹੈ, ਕਦੇ ਉਸ ਨੂੰ ਵਰਲਪੂਲ ਦਿਖ ਰਹੇ ਹੈ ਜਿਹਨੂੰ ਉਹ ਡਿੰਪਲ ਕਹਿ ਰਹੀ ਹੈ। ਹੀ ਵਾਸ ਬੀਟਨ ਬਾय ਦਾ ਮਿਸਟਰੀ। ਹੁਣ ਉਹ ਇਹ ਭੇਦ ਉਹਨੂੰ ਹਰਾ ਦਿੰਦੇ ਹੈ। ਇੰਨੇ ਜ਼ਿਆਦਾ ਭੇਦ ਹੈ ਨਦੀ 'ਚ ਕਿ ਉਹ ਤੋਂ ਸੋਲਵ ਨਹੀਂ ਹੋ ਰਹੇ। 20th, why does not water there flow father? ਤਾਂ ਹੁਣ ਉਹ ਜਦੋਂ ਸੋਲਵ ਨਹੀਂ ਹੁੰਦੇ, ਉਹਦੇ ਮਿਸਟਰੀਜ਼ ਬਣੀਆਂ ਰਹਿੰਦੀਆਂ ਮਨ 'ਚ, ਤਾਂ ਉਹ ਕੁਐਸਚਨ ਆਪਣੇ ਫਾਦਰ ਨੂੰ ਕਰਦਾ। ਕਹਿੰਦੇ ਉਹ ਪਾਣੀ ਮੂਵ ਕਿਉਂ ਨਹੀਂ ਕਰ ਰਿਹਾ ਬਈ, ਉਹ ਖੜਾ ਹੀ ਘੁੰਮੀ ਜਾਂਦਾ ਹੈ, ਕਿਉਂ ਨਹੀਂ ਮੂਵ ਕਰ ਰਿਹਾ? ਬਿਕੋਜ਼ देयर इज अ deep pit in it and the water gets lost in it। ਕਹਿੰਦੇ ਕਿਉਂਕਿ ਇਹਦੇ ਨੀਚੇ ਇੱਕ ਡੂੰਗਾ ਪਿਟ ਦਾ ਮਤਲਬ ਟੋਆ ਹੁੰਦਾ ਵੈਸੇ, ਕਿ ਇੱਕ ਹੱਡ ਹੈ ਜਿਹਦੇ ਵਿੱਚ ਪਾਣੀ ਜਾ ਕੇ ਲੌਸਟ ਹੋ ਰਿਹਾ, ਮਤਲਬ ਉਹਦੇ 'ਚ ਪਾਣੀ ਜਾਈ ਜਾ ਰਿਹਾ ਹੈ, ਇਸ ਕਰਕੇ ਉੱਥੇ ਵਾਵਰੋਲਾ ਬਣਿਆ ਹੋਇਆ। ਬਟ ਵਾਈ ਡਜ਼ ਦਾ ਅਦਰ ਵਾਟਰ ਫਲੋ? ਪਰ ਬਾਕੀ ਪਾਣੀ ਕਿਉਂ ਫਲੋ ਕਰੀ ਜਾਂਦਾ? ਇੱਕ ਜਗ੍ਹਾ ਤੇ ਤਾਂ ਚਲੋ ਮੰਨਿਆ ਵਾਵਰੋਲਾ ਹੈਗਾ, ਬਾਕੀ ਉਹਦੇ ਨਾਲ ਪਾਣੀ ਜਾਈ ਜਾ ਰਿਹਾ ਹੈ। ਬਿਕੋਜ਼ ਇਟ ਅਵੋਇਡਸ ਦਾ ਡੀਪ ਪਿਟਸ ਐਂਡ ਗੋਜ਼ ਓਵਰ ਇਵਨ ਲੈਂਡ। ਕਿਉਂਕਿ ਜਿਹੜਾ ਨਾਲ ਪਾਣੀ ਜਾ ਰਿਹਾ ਹੈ ਉਹ ਪਿਟ 'ਚ ਨਹੀਂ ਜਾ ਰਿਹਾ, ਉਹ ਲੈਂਡ ਦੇ ਉੱਪਰ ਫਲੋ ਕਰ ਰਿਹਾ ਹੈ, ਗੋਜ਼ ਓਵਰ ਇਵਨ ਲੈਂਡ। ਪਿਟ ਦੇ ਉੱਪਰੋਂ ਦੀ ਪਾਣੀ ਲੰਘ ਰਿਹਾ ਹੈ, ਉਹਦਾ ਵਾਵਰੋਲਾ ਬਣ ਰਿਹਾ ਹੈ। ਜਿਹੜਾ ਬਾਕੀ ਪਾਣੀ ਹੈ ਉਹ ਨਾਲ ਲੈਂਡ ਦੇ ਉੱਪਰੋਂ ਦੀ ਲੰਘ ਰਿਹਾ ਹੈ, ਉਹਦੇ ਵਾਵਰੋਲਾ ਬਣ ਨਹੀਂ ਰਿਹਾ। ਇਹ ਆਨਸਰ ਦੇ ਰਿਹਾ ਉਹਦਾ ਫਾਦਰ। 21st ਪੈਰਾਗ੍ਰਾਫ, he was the endless writhing flow of the stream again। ਇੱਕ ਵਾਰੀ ਫੇਰ ਨਦੀ ਦਾ ਜਿਹੜਾ ਰਿਦਿੰਗ ਫਲੋ ਹੈ, ਰਿਦਿੰਗ ਦਾ ਮਤਲਬ ਹੁੰਦਾ ਜਿਹੜਾ ਘੁਮੇਰੀਆਂ ਜਿਹੜਾ ਫਲੋ ਹੈ ਨਾ, ਤਾਂ ਉਹ ਦੁਆਰਾ ਦੇਖਦਾ ਹੈ ਜਿਹੜਾ ਕਿ ਐਂਡਲੈਸ ਹੈ, ਖਤਮ ਹੀ ਨਹੀਂ ਹੋ ਰਿਹਾ। but there was still a part of his intuition to be exorcised from the depths below the depths within him। ਹੁਣ ਇੱਥੇ ਇੱਕ ਵਰਡ ਹੈ ਬੇਟਾ ਇੰਟਿਊਸ਼ਨ। ਇੰਟਿਊਸ਼ਨ ਦੀ ਮਤਲਬ ਹੁੰਦਾ ਬੇਟਾ ਮਨੋਭਾਵ। ਮਤਲਬ ਆਪਣੇ ਅੰਦਰ ਨਾ ਕਈ ਵਾਰੀ ਆਪਣੇ ਮਨ ਚੋਂ ਇਹ ਗੱਲ ਉੱਠਦੀ ਹੈ ਕਿ ਯਾਰ ਇਹ ਚੀਜ਼ ਐਵੇਂ ਹੋਊਗੀ, ਹਾਲਾਂਕਿ ਉਹ ਹੋਵੇ ਨਾ ਹੋਵੇ ਆਪਾਂ ਨੂੰ ਪਤਾ ਨਹੀਂ, ਲੇਕਿਨ ਆਪਾਂ ਇੱਕ ਵਾਰੀ ਆਪਣੇ ਮਨ ਚੋਂ ਸੋਚ ਲੈਂਦੇ ਹਾਂ ਤਾਂ ਆਪਾਂ ਨੂੰ ਇੰਟਿਊਸ਼ਨ ਕਹਿੰਦੇ। ਕਈ ਵਾਰੀ ਸਾਡੇ ਮਨ 'ਚ ਇੰਟਿਊਸ਼ਨ ਆਉਂਦੀ ਹੈ, ਤਾਂ ਇਹ ਉਹਦੇ ਮਨ ਦਾ ਇੱਕ ਇੰਟਿਊਸ਼ਨ ਸੀਗਾ, ਮਨੋਭਾਵ ਸੀਗਾ, ਜਾਂ ਫਿਰ ਉਸਦੇ ਅੰਦਰੋਂ ਡੀਪ ਅੰਦਰੋਂ ਉਸਦੇ ਮਨ ਦੇ ਅੰਦਰੋਂ ਕੋਈ ਇਹੋ ਜਿਹੀ ਐਕਸਰਸਾਈਜ਼ ਨੂੰ, ਜਿਹੜਾ ਸ਼ਬਦ ਹੈ ਦੇਖੋ ਧਿਆਨ ਨਾਲ, ਤੁਹਾਡੇ ਇਹਦੇ ਸਪੈਲਿੰਗ ਕੀ ਪਾਏ ਹੋਏ ਹੈ, EXOR ਹੈ ਨਾ, ਮੇਰੇ ਕੋਲ ਇੱਥੇ ਜਿਹੜੇ ਸਪੈਲਿੰਗ ਹੈ ਬੇਟਾ ਐਕਸਰਸਾਈਜ਼ ਦੇ ਗਲਤ ਪਾਏ ਹੋਏ ਹੈ। ਇਹ ਤਾਂ ਹੋ ਗਿਆ ਐਕਸਰਸਾਈਜ਼ਡ। ਐਕਸਰਸਾਈਜ਼ ਦਾ ਮਤਲਬ ਹੁੰਦਾ ਹੈ ਕਸਰਤ ਕਰਨੀ ਹੈ ਨਾ, ਇਹ ਹੈ ਐਕਸਰਸਾਈਜ਼ਡ, ਉਹ ਪਿਆ EXORCISID। ਹਾਲਾਂਕਿ ਪ੍ਰੋਨੰਸੀਏਸ਼ਨ ਆਲਮੋਸਟ ਸੇਮ ਹੈ ਦੋਨਾਂ ਦੀ, ਲੇਕਿਨ ਐਕਸਰਸਾਈਜ਼ ਦਾ ਮਤਲਬ ਹੁੰਦਾ ਹੈ ਝਾੜੂ ਫੇਰ ਕੇ, ਜਿਵੇਂ ਉਹ ਬਾਬੇ ਨਹੀਂ ਬੈਠੇ ਹੁੰਦੇ ਭੂਤ ਕੱਢਣ ਲਈ, ਆ ਬੱਚਾ ਤੈਨੂੰ ਭੂਤ ਚਿੰਬੜੀ ਹੋਈ ਹੈ ਨਾ, ਮਾਰਿਆ ਝਾੜੂ ਸਿਰ ਤੇ ਉਹਦੀ ਭੂਤ ਕੱਢਦੀ, ਉਹਨੂੰ ਆਪਾਂ ਕਹਿੰਦੇ ਆ ਬੇਟਾ ਇੰਗਲਿਸ਼ 'ਚ ਐਕਸਰਸਾਈਜ਼ਡ। ਭੂਤ ਵਗੈਰਾ ਕੱਢਣ ਦੀ ਜਿਹੜੀ ਪ੍ਰਕਿਰਿਆ ਉਹਨੂੰ ਆਪਾਂ ਐਕਸਰਸਾਈਜ਼ ਕਹਿੰਦੇ ਆ। ਤਾਂ ਉਹਦੇ ਮਨ 'ਚ ਇਦਾਂ ਦੇ ਖਿਆਲ ਆ ਰਹੇ। He contemplated his father's answer to his last question and then fired off another। ਤਾਂ ਹੁਣ ਉਹ ਆਪਣੇ ਫਾਦਰ ਦਾ ਜਿਹੜਾ ਆਨਸਰ ਆਇਆ ਸੀ ਪਿਛਲਾ, ਕਿਹੜਾ ਭਲਾ, ਇਹ ਪਾਣੀ ਪਿੱਟ 'ਚ ਜਾ ਰਿਹਾ, ਬਾਕੀ ਪਾਣੀ ਪਿੱਟ 'ਚ ਨਹੀਂ ਜਾ ਰਿਹਾ, ਇਸ ਕਰਕੇ ਉੱਥੇ ਵਾਵਰੋਲਾ ਬਣ ਰਿਹਾ ਹੈ। ਇਸ ਆਨਸਰ ਦੇ ਬਾਰੇ ਉਹ ਸੋਚਦਾ ਹੈ। ਕੰਟੈਂਪਲੇਟ ਦਾ ਮਤਲਬ ਥਿੰਕ, ਅਤੇ ਫਿਰ ਇੱਕ ਹੋਰ ਕੁਐਸਚਨ ਫਾਇਰ ਆਫ ਦਾ ਮਤਲਬ ਆਪਣੇ ਡੈਡੀ ਦੇ ਅੱਗੇ ਸੁੱਟਦਾ ਹੈ। ਵੇਅਰ ਡਜ਼ ਦਾ ਵਾਟਰ ਗੋ ਫਾਦਰ? ਫਾਦਰ, ਇਹ ਪਾਣੀ ਜਾਂਦਾ ਕਿੱਥੇ ਹੈ? ਇਟ ਗੋਜ਼ ਟੂ ਦਾ ਸੀ ਮਾਈ ਸਨ। ਮੇਰੇ ਬੱਚੇ, ਪਾਣੀ ਸਮੁੰਦਰ 'ਚ ਜਾਂਦਾ ਹੈ। ਬਟ ਇਟ ਕੇਮ ਫਰੋਮ ਦਾ ਸੀ, ਡਿਡ ਇਟ ਨਾਟ? ਪਰ ਕਹਿੰਦੇ ਤੁਸੀਂ ਤਾਂ ਕਿਹਾ ਸੀ ਇਹ ਪਾਣੀ ਸਮੁੰਦਰ ਤੋਂ ਆਉਂਦਾ ਹੈ। ਯਾਦ ਕਰੋ ਪਹਿਲਾਂ ਵੀ ਇਹ ਪਾਣੀ ਕਿੱਥੋਂ ਆਇਆ। ਉਹ ਕਹਿੰਦਾ ਜੀ ਇਹ ਪਾਣੀ ਆਇਆ ਹਿਮਾਲਯਸ ਚੋਂ।
ਹਿਮਾਲਿਆ ਦਾ ਪਾਣੀ ਕਿੱਥੋਂ ਆਇਆ? ਬੱਦਲਾਂ ਤੋਂ। ਬੱਦਲ ਕਿੱਥੋਂ ਬਣੇ? ਸਮੁੰਦਰ ਤੋਂ। ਇਹ ਪਾਣੀ ਫਿਰ ਸਮੁੰਦਰ ਚਲਾ ਗਿਆ। ਆਪਾਂ ਨੂੰ ਤਾਂ ਪਤਾ ਹੈ ਵੀ ਇਹ ਚੱਕਰ ਹੈ, ਜਲ ਚੱਕਰ, ਆਪਾਂ ਐਸਐਸ ਚ ਪੜ੍ਹਿਆ, ਲੇਕਿਨ ਬੱਚਾ ਹਜੇ ਬਹੁਤ ਛੋਟਾ ਹੈ। ਉਹ ਕਹਿੰਦਾ ਪਾਣੀ ਤੁਸੀਂ ਤਾਂ ਕਿਹਾ ਸੀ ਸਮੁੰਦਰ ਤੋਂ ਆਇਆ, ਇਹ ਉੱਥੇ ਹੀ ਚਲਾ ਗਿਆ। ਕੀ ਤੁਸੀਂ ਨਹੀਂ ਕਿਹਾ? ਡਿਡ ਇਟ ਨਾਟ? ਯੈਸ ਮਾਈ ਸਨ, ਹਾਂ ਮੈਂ ਕਿਹਾ ਸੀ। ਇਟ ਕੇਮ ਫਰੋਮ ਦਾ ਸੀ, ਇਹ ਸੀ ਤੋਂ ਹੀ ਆਂਦਾ, ਸਮੁੰਦਰ ਤੋਂ ਆਂਦਾ। ਫਰੋਮ ਦਾ ਬਾਉਂਡਲੈਸ ਇਨਫਾਈਨਾਈਟ ਓਸ਼ੀਅਨ ਇਟ ਕੇਮ, ਕਹਿੰਦੇ ਉਹੀ ਜਿਹਦੀ ਕੋਈ ਸੀਮਾ ਨਹੀਂ ਹੈ ਅਜਿਹੇ ਮਹਾਸਾਗਰ ਤੋਂ ਆਂਦਾ ਹੈ। ਇਨਟੂ ਦੈਟ ਵਾਸਟ ਓਸ਼ਨ ਵਿਲ ਇਟ ਗੋ, ਅਤੇ ਫਿਰ ਉਸੇ ਵਾਸਟ ਓਸ਼ਨ ਚ ਚਲਾ ਜਾਂਦਾ ਹੈ, ਜਿੱਥੋਂ ਆਂਦਾ ਉੱਥੇ ਚਲਾ ਜਾਂਦਾ ਹੈ। ਵੇਅਰ ਇਜ਼ ਦਾ ਸੀ ਫਾਦਰ? ਹੁਣ ਤੁਸੀਂ ਮੈਨੂੰ ਦੱਸੋ, ਕਹਿੰਦੇ ਸੀ ਕਿੱਥੇ ਹੈ, ਓਸ਼ਨ ਕਿੱਥੇ ਹੈ? ਇਟ ਇਜ਼ ਔਨ ਦੀ ਅਦਰ ਸਾਈਡ ਆਫ ਦਾ ਵਰਲਡ ਚਾਈਲਡ, ਕਹਿੰਦੇ ਇਹ ਸੰਸਾਰ ਦੇ ਦੂਜੇ ਪਾਸੇ ਹੈ। 22nd ਪੈਰਾਗ੍ਰਾਫ, ਅ ਸਮਾਈਲ ਆਫ ਐਂਡਲੈਸ ਲਾਈਟ ਲਿੰਗਰਡ ਇਨ ਦੀ ਆਈਜ਼ ਆਫ ਦਾ ਡੇ। ਤਾਂ ਇੱਕ ਲਾਈਟ ਆਂਦੀ ਹੈ ਜੀ, ਜਿਵੇਂ ਲਾਈਟ ਆਂਦੀ ਹੈ ਸ਼ਾਮ ਦੀ, ਹੈ ਨਾ, ਉਹਦੀ ਗੱਲ ਹੋ ਰਹੀ ਹੈ। ਤਾਂ ਦਿਨ ਦੇ ਵਿੱਚ ਵਿਖਰ ਜਾਂਦੀ ਹੈ। ਲਿੰਗਰ ਇਨ ਦਾ ਮਤਲਬ ਹੁੰਦਾ ਹੈ ਸ਼ੋ, ਇਹ ਸ਼ੋ ਹੁੰਦੀ ਹੈ ਲਾਈਟ। ਇਟ ਕੇਮ ਅਪਨ ਦਾ ਅਰਥ ਐਂਡ ਪਲੇਡ ਅਬਾਊਟ ਦਾ ਚਾਈਲਡਸ ਫੇਸ, ਨੈਚੁਰਲੀ ਅਰਥ ਤੇ ਆਂਦੀ ਹੈ ਤਾਂ ਚਾਈਲਡ ਦੇ ਫੇਸ ਤੇ ਵੀ ਪੈਂਦੀ ਹੈ। ਲਾਈਕ ਅ ਡਿਮ aureole as he sat now in his mother's lap in the joy of his newly gained knowledge। ਕਹਿੰਦੇ ਇੱਕ ਡਿਮ ਔਰੀਓਲ ਜਿਹਾ ਬਣ ਜਾਂਦਾ ਨਾ। ਇੱਕ ਇੱਥੇ ਵਰਡ ਆਇਆ ਔਰੀਓਲ, ਔਰੀਓਲ ਸ਼ਬਦ ਤੁਹਾਡੇ ਗਲੋਸਰੀ ਚ ਵੀ ਹੈ। ਇਹਦਾ ਮਤਲਬ ਲਿਖਿਆ ਹੋਇਆ ਹੈ a halo circle of light round the head of a holy person। ਤੁਸੀਂ ਫੋਟੋਆਂ 'ਚ ਦੇਖਿਆ ਹੋਣਾ ਬੇਟਾ, ਕੋਈ ਗੁਰੂ ਸਾਹਿਬ ਬੈਠੇ ਹੁੰਦੇ ਨੇ, ਉਹਨਾਂ ਦੇ ਪਿੱਛੇ ਨਾ ਲਾਈਟ ਜੀ, ਸਿਰ ਦੇ ਪਿੱਛੇ ਲਾਈਟ ਜੀ ਹੁੰਦੀ ਹੈ, ਗੋਲ ਜੀ ਹੁੰਦੀ ਹੈ ਨਾ, ਉਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਹਲੋ, HALO। ਹੈਲੋ ਨਹੀਂ, ਉਹਦੇ ਸਪੈਲਿੰਗ HELL ਹੁੰਦੇ ਆ, ਇਹਦੇ ਹੈਲੋ HALO ਹੁੰਦਾ ਹੈ। ਇਹਨੂੰ ਆਪਾਂ ਔਰੀਓਲ ਵੀ ਕਹਿ ਦਿੰਦੇ ਆ। ਸਮਝ ਗਏ? ਉਸ ਲਾਈਟ ਨੂੰ, ਗੋਲ ਗੋਲ ਲਾਈਟ ਨੂੰ ਆਪਾਂ ਔਰੀਓਲ ਕਹਿੰਦੇ ਆ। ਤਾਂ ਇਹ ਜੀ ਲਾਈਟ ਉਸਦੇ ਚਿਹਰੇ ਦੇ ਪਿੱਛੇ ਜੇ ਹੁੰਦੀ, ਫੀਲ ਸਾਨੂੰ ਡਿਮ ਜੀ ਲੱਗਦੀ ਹੈ ਕਿ ਬਣ ਰਹੀ ਹੈ ਉਸਦੇ, ਕਿਉਂਕਿ ਉਹ ਮਦਰ ਦੀ ਲੈਬ 'ਚ ਬੈਠਾ ਹੈ ਤੇ ਉਹਨੂੰ ਹਜੇ ਨਵੀਂ ਨਵੀਂ ਨੌਲੇਜ ਉਸ ਨੂੰ ਮਿਲੀ ਹੈ। Through the burdensome multiplicity of unending experience, he could see that the mystery of the river's origin, the secret of its journey, and the riddle of its destination had some significance for him। उन्होंने देखो किन्ने सारे क्वेश्चन पूछे अपने डैडी तो, ते उसके आंसर्स उसਨੂੰ ऑलमोस्ट मिले हैं। ਤਾਂ ਉਸ ਨੂੰ ਇੱਕ ਤਰ੍ਹਾਂ ਦਾ ਮਲਟੀਪਲਿਸਿਟੀ ਆਫ ਅਨਐਂਡਿੰਗ ਐਕਸਪੀਰੀਅੰਸ ਮਿਲਿਆ। ਮਲਟੀਪਲਿਸਿਟੀ ਦਾ ਮਤਲਬ ਬਹੁਤ ਜ਼ਿਆਦਾ, ਅਨਐਂਡਿੰਗ, ਖਤਮ ਨਾ ਹੋਣ ਵਾਲਾ ਐਕਸਪੀਰੀਅੰਸ ਮਿਲਿਆ ਉਸ ਨੂੰ। ਤੇ ਹੁਣ ਉਸ ਨੂੰ ਰਿਵਰ ਦੇ ਓਰੀਜਨ ਦੀ ਮਿਸਟਰੀ ਦਾ ਵੀ ਪਤਾ ਹੈ। ਓਰੀਜਨ ਦਾ ਮਤਲਬ ਕਿ ਕਿੱਥੇ ਰਿਵਰ ਪੈਦਾ ਹੋਈ, ਉਹਦਾ ਭੇਦ ਕੀ ਹੈ। ਮਿਸਟਰੀ ਦਾ ਮਤਲਬ ਫੇਰ ਭੇਦ ਹੈ ਇੱਥੇ। ਫਿਰ ਉਸਦੀ ਜਰਨੀ ਕਿਵੇਂ ਚੱਲਦੀ ਹੈ, ਉਹਦਾ ਸੀਕ੍ਰੇਟ ਉਹਨੂੰ ਪਤਾ ਲੱਗਿਆ, ਉਹਦਾ ਭੇਦ ਪਤਾ ਲੱਗਿਆ। ਐਂਡ ਦ ਰਿਡਲ, ਰਿਡਲ ਦਾ ਮਤਲਬ ਹੁੰਦਾ ਬੇਟਾ ਪਜ਼ਲ, ਬੁਝਾਰਤ, ਉਹਨੂੰ ਆਪਾਂ ਰਿਡਲ ਕਹਿੰਦੇ ਆ। ਤਾਂ ਜਿਹੜੀ ਇਹਦੀ ਡੈਸਟੀਨੇਸ਼ਨ ਹੈ, ਡੈਸਟੀਨੇਸ਼ਨ ਮਤਲਬ ਕਿੱਥੇ ਖਤਮ ਹੋਈ, ਮੰਜ਼ਿਲ, ਇਹਦੀ ਜਿਹੜੀ ਮੰਜ਼ਿਲ ਹੈ, ਡੈਸਟੀਨੇਸ਼ਨ, ਇਹਦੀ ਮੰਜ਼ਿਲ ਕੀ ਹੈ, ਉਹਦੇ ਬਾਰੇ ਉਹਨੂੰ ਪਤਾ ਲੱਗਿਆ। ਤਾਂ ਉਸਨੂੰ ਕਾਫੀ ਜਾਣਕਾਰੀ ਹੋਈ ਹੈ। ਇੱਥੇ ਇਹ ਕਿਹਾ ਗਿਆ 23rd, ਬਟ ਵਟ ਇਟ ਵਾਜ਼ ਹੀ ਡਿਡ ਨੋਟ ਨੋ, ਪਰ ਕਈ ਗੱਲਾਂ ਸੀ ਹਜੇ ਉਹ ਨਹੀਂ ਸੀ ਜਾਣਦਾ। As the golden sunlight faded and the silver moonlight fell on the limitless expanse of water power, he asked one last question। ਹੁਣ ਕਿਉਂਕਿ ਸ਼ਾਮ ਹੋ ਰਹੀ ਹੈ ਬੇਟਾ, ਤਾਂ ਗੋਲਡਨ ਲਾਈਟ ਹੈ ਜਿਹੜੀ ਦੁਪਹਿਰ ਦੀ, ਉਹ ਥੋੜੀ ਹੁਣ ਜਾ ਰਹੀ ਹੈ, ਫੇਡ ਹੋ ਰਹੀ ਹੈ, ਖਤਮ ਹੋ ਰਹੀ ਹੈ। ਅਤੇ ਜਿਹੜੀ ਮੂਨ ਲਾਈਟ ਹੈ, ਸ਼ਾਮ ਦੀ ਜਿਹੜੀ ਲਾਈਟ ਹੈ, ਉਹ ਫੈਲ ਰਹੀ ਹੈ ਪਾਣੀ ਦੇ ਉੱਪਰ। ਅਤੇ ਫਿਰ ਉਹ ਇੱਕ ਲਾਸਟ ਕੁਐਸਚਨ ਪੁੱਛਦਾ ਹੈ। ਐਕਸਪਾਂਸ ਦਾ ਮਤਲਬ ਇੱਥੇ ਬੇਟਾ ਹੁੰਦਾ ਹੈ ਫੈਲਾਵ। ਇਹ ਸ਼ਬਦ ਆਪਣੇ ਉਹਦੇ ਚ ਵੀ ਆਇਆ ਸੀਗਾ ਪਿਛਲੇ ਚੈਪਟਰ ਚ, ਮਨੂ ਮਾਜਰਾ ਚ। If the sea is on the other side of world, father, why is the river on this side? ਤਾਂ ਲਾਸਟ ਕੁਐਸਚਨ ਉਹ ਕੀ ਪੁੱਛਦਾ ਹੈ, ਕਹਿੰਦੇ ਜੇਕਰ ਸਮੁੰਦਰ ਸਾਡੇ ਸੰਸਾਰ ਦੇ ਦੂਜੇ ਪਾਸੇ ਹੈ, ਰਿਵਰ ਇੱਧਰ ਕਿਉਂ ਹੈ? ਰਿਵਰ ਇੱਧਰ ਕਿਉਂ ਹੈ? ਉਹਦੇ ਡੈਡੀ ਨੇ ਕੀ ਕਿਹਾ ਸੀ ਕਿ ਸਮੁੰਦਰ ਕਿੱਥੇ ਹੈ? ਉਹਨੇ ਕੀ ਕਿਹਾ ਸੀ? ਆਪਣੇ ਵਰਲਡ ਦੇ ਦੂਜੇ ਪਾਸੇ। ਫਿਰ ਉਹ ਕਹਿੰਦਾ ਰਿਵਰ ਇੱਧਰ ਕਿਉਂ ਹੈ? 24th ਲਾਸਟ, they are really in the same world child। ਤਾਂ ਆਨਸਰ ਮਿਲਦਾ ਹੈ ਕਿ ਬੱਚੇ ਉਹ ਇੱਕੋ ਹੀ ਸੰਸਾਰ ਚ ਨੇ, ਉਹ ਇੱਕੋ ਹੀ ਸੰਸਾਰ ਚ ਨੇ। only they appear to be separated, ਪਰ ਉਹ ਸਾਨੂੰ ਅਲੱਗ ਹੋਏ ਨਜ਼ਰ ਆਉਂਦੇ ਨੇ। appear to be separated, ਅਲੱਗ-ਅਲੱਗ ਹੋਏ ਸਾਨੂੰ ਨਜ਼ਰ ਆਉਂਦੇ ਨੇ। the river comes from the sea and goes sweeping incessantly onward to it। river sea ਤੋਂ ਆਉਂਦੀ ਹੈ ਅਤੇ ਇਹਦੇ ਵੱਲ ਹੀ ਵੱਧਦੀ ਜਾਂਦੀ ਸਾਨੂੰ ਦਿਖਦੀ ਹੈ। ਇੱਥੇ ਇੱਕ ਸ਼ਬਦ ਆਇਆ ਹੈ incessantly, ਤੁਹਾਡੀ ਗਲੋਸਰੀ ਚ ਵੀ ਹੈ। ਇਹਦਾ ਮਤਲਬ ਹੁੰਦਾ ਹੈ ਜੀ continuously, non stop, ਲਗਾਤਾਰ ਜਿਹੜੀ ਚੀਜ਼ ਚੱਲੇ ਆਪਾਂ ਉਸ ਨੂੰ incessant ਕਹਿੰਦੇ ਆ। incessantly ਉਹਦੀ ਐਡਵਰਬ ਹੁੰਦੀ ਹੈ। ਬਟ ਆਈ ਡੂ ਨੋਟ ਨੋ ਚਾਈਲਡ, ਪਰ ਮੈਨੂੰ ਨਹੀਂ ਪਤਾ ਬੱਚੇ। ਲਾਸਟ ਉਹ ਕੀ ਕਹਿੰਦਾ ਹੈ, ਆਈ ਕੈਨ ਨੋਟ ਗੋ ਔਨ ਆਨਸਰਿੰਗ ਯੂਅਰ ਇਟਰਨਲ ਵੌਇਸ। ਕਹਿੰਦੇ ਮੈਂ ਤੇਰੇ ਉੱਤਰ
ਹਮੇਸ਼ਾ ਵਾਲੇ ਕਿਉਂ ਵਾਲੇ ਨਹੀਂ ਦੇ ਸਕਦਾ। ਆਈ ਕੈਨ ਨੋਟ ਗੋ, ਮੈਂ ਤੂੰ ਮੈਨੂੰ ਲਗਾਤਾਰ ਕੁਐਸਚਨ ਪੁੱਛੀ ਜਾਂਦਾ, ਮੈਂ ਤੇਰੀ ਇਟਰਨਲ ਵਾਈਜ਼, ਇਟਰਨਲ ਮਤਲਬ ਆ ਗਿਆ ਨਾ ਚੈਪਟਰ ਦਾ ਨਾਮ ਬਿਲਕੁਲ ਐਂਡ ਚ ਆਇਆ। ਇਟਰਨਲ ਦਾ ਮਤਲਬ ਹਮੇਸ਼ਾ, ਵਾਈ ਦਾ ਮਤਲਬ ਕਿਉਂ, ਜਿਹੜੇ ਤੂੰ ਮੈਨੂੰ ਕੁਐਸਚਨ ਪੁੱਛਦੇ ਰਹਿਣਾ ਮੈਂ ਇਹਦੇ ਆਨਸਰ ਹਮੇਸ਼ਾ ਲਈ ਨਹੀਂ ਦੇ ਸਕਦਾ। ਯਾਨੀ ਕਿ ਇੱਥੇ ਉਸਦਾ ਫਾਦਰ ਆਪਣੇ ਹੱਥ ਖੜੇ ਕਰ ਦਿੰਦਾ ਹੈ ਵੀ ਮੇਰੇ ਕੋਲੇ ਤੇਰੇ ਕੁਐਸਚਨਾਂ ਦਾ ਜਵਾਬ ਨਹੀਂ ਹੈ। ਦਿਸ ਇਜ਼ ਦੀ ਐਂਡ ਆਫ ਯੋਰ ਚੈਪਟਰ। ਇਸੇ ਨਾਲ ਸਾਡਾ ਚੈਪਟਰ ਕੰਪਲੀਟ ਹੁੰਦਾ ਹੈ। ਜੇਕਰ ਬੱਚਿਓ ਤੁਹਾਡਾ ਕੋਈ ਵੀ ਇਸ ਚੈਪਟਰ ਦੇ ਐਕਸਪਲੇਨੇਸ਼ਨ ਦੇ ਸੰਬੰਧ ਦੇ ਵਿੱਚ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਆਪਣੇ ਦੁਆਰਾ ਬਣਾਏ ਹੋਏ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਹੋਰ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।